ਜਸ ਟੀਵੀ ਦੇਖ ਰਹੇ ਤੁਸੀਂ। ਮੈਂ ਕੇਪੀ ਸਿੰਘ। ਅੱਜ ਦਾ ਮੁੱਦਾ ਤੁਹਾਡਾ ਸਭ ਦਾ ਸਵਾਗਤ ਕਰਦਾ। ਸਿੱਖ ਫੌਜੀਆਂ ਲਈ ਹੈਲਮਟ ਦੀ ਤਸਵੀਰ, ਜਾਂ ਤੁਸੀਂ ਇਹ ਕਹਿ ਰਹੇ ਹੋ ਹੈੱਡ ਗੇਅਰ ਦੀ ਤਸਵੀਰ, ਜਾਂ ਤੁਸੀਂ ਜੋ ਸ਼੍ਰੋਮਣੀ ਕਮੇਟੀ ਕਹਿ ਰਹੀ ਆ ਲੋ ਟੋਪ ਦੀ ਤਸਵੀਰ, ਉਹ ਤਸਵੀਰ ਆ ਜਿਹੜੀ ਉਸ ਨੂੰ ਮੁੱਢੋਂ ਰੱਦ ਕੀਤਾ ਸ਼੍ਰੋਮਣੀ ਕਮੇਟੀ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ। ਇਹ ਵਿਰੋਧ ਇੰਨਾ ਭਖਿਆ ਕਿ ਇਹ ਬੈਠਕ ਹੋਈ ਆ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ, ਇਕਬਾਲ ਸਿੰਘ ਲਾਲਪੁਰਾ ਹਰਾਂ ਨਾਲ। 3 ਫਰਵਰੀ 3rd ਫਲੋਰ ਤੇ ਤੀਜਾ ਬਲਾਕ 3-3-3 ਤੇ 3-5 ਇਸ ਬੈਠਕ ਦੇ ਜ਼ਰੀਏ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿੰਨੀ ਕੀਤੀ ਗਈ ਹੈ, ਹੱਲ ਨਿਕਲੇਗਾ ਕਿ ਨਹੀਂ ਨਿਕਲੇਗਾ, ਸਾਡਾ ਸਵਾਲ ਇੱਕੋ ਹੀ ਹੋਵੇਗਾ, ਲੋ ਟੋਪ ਵਾਲਾ ਫੈਸਲਾ ਕੀ ਰੱਦ ਹੋ ਜਾਵੇਗਾ। फटाफट तुहानूं पॉइंटर दस दिए, तो उस तो बाद बहुत ही खास मेहमान साडे नाल मौजूद होणगे। सिख फौजियां लई विशेष हैलमेट जां हैड गेयर ਦਾ ਮੁੱਦਾ ਜਿਹੜਾ ਹੋਰ ਪੱਕ ਚੁੱਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਹੈ ਜਿਹੜਾ ਉਹ ਦਿੱਲੀ ਪਹੁੰਚਿਆ। SGPC ਪ੍ਰਧਾਨ ਨੇ ਅਗਵਾਈ ਕੀਤੀ ਹੈ ਕਿ ਇਹ ਵਫਦ ਹੈ ਜਿਹੜਾ ਉੱਥੇ ਭੇਜਿਆ ਜਾਵੇ। ਗੁਰਚਰਨ ਸਿੰਘ ਗਰੇਵਾਲ ਜਿਹੜੇ ਜਨਰਲ ਸਕੱਤਰ ਉਹਨਾਂ ਦੀ ਅਗਵਾਈ ਵਿੱਚ ਇਹ ਵਫਦ ਉੱਥੇ ਗਿਆ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੁਖੀ ਨਾਲ ਮੁਲਾਕਾਤ ਕੀਤੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੁਖੀ ਹੈ ਜਿਹੜੇ ਉਹ ਇਕਬਾਲ ਸਿੰਘ ਲਾਲਪੁਰਾ ਨੇ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਤੇ ਇਸ ਅਪੀਲ ਦੇ ਵਿਚਾਲੇ ਸਿੱਧਾ ਤੇ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਤੇ ਕੋਈ ਤਰਕ ਜਾਂ ਵਿਚਾਰ ਦੀ ਜ਼ਰੂਰਤ ਨਹੀਂ ਹੈ ਕਿ ਸਾਡੀ ਮਰਿਆਦਾ ਦੇ ਉਲਟ ਹੈ ਤੇ ਇਸ ਕਰਕੇ ਇਹ ਫੈਸਲਾ ਵਾਪਸ ਲੈਣਾ ਚਾਹੀਦਾ। ਸਿੱਖ ਮਰਿਆਦਾ ਦਾ ਉਲੰਘਣ ਦੱਸਦਿਆਂ ਹੋਇਆ ਇਹ ਵਿਰੋਧ ਜਤਾਇਆ ਗਿਆ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਇਕਬਾਲ ਸਿੰਘ ਲਾਲਪੁਰਾ ਉਹ ਇਸ ਮਰਿਆਦਾ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਉਹਨਾਂ ਦਾ ਕੀ ਮੁੱਦਾ ਰੱਖਿਆ ਗਿਆ। ਕੇਂਦਰ ਸਰਕਾਰ ਵੱਲੋਂ ਸਿੱਖ ਫੌਜੀਆਂ ਲਈ ਇਹ ਤਜਵੀਜ਼ ਰੱਖੀ ਗਈ ਹੈ ਤੇ ਸਾਬਕਾ ਫੌਜੀਆਂ ਸਣੇ ਸਿੱਖ ਆਗੂਆਂ ਦੀ ਮਿਲੀ ਜੁਲੀ ਰਾਏ ਹੈ। ਸਾਰੇ ਇਸ ਮੁੱਦੇ ਤੇ ਪੂਰੀ ਤਰ੍ਹਾਂ ਸਹਿਮਤ ਨਹੀਂ ਤੇ ਬਹੁਤ ਹੀ ਖਾਸ ਪੈਨਲ ਸਾਡੇ ਨਾਲ ਮੌਜੂਦ ਹੈ। ਉਹਨਾਂ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਅੱਜ ਦਾ ਮੁੱਦਾ ਤੁਹਾਡੇ ਸਾਹਮਣੇ ਹੋਵੇਗਾ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਜਿਹੜੇ ਖੁਦ ਸਰਹੱਦਾਂ ਤੇ ਬਹੁਤ ਇਹਨਾਂ ਨੇ ਸੇਵਾ ਕੀਤੀ ਹੈ, ਉਹ ਸਾਡੇ ਨਾਲ ਮੌਜੂਦ ਰਹਿਣਗੇ। ਅਕਸਰ ਤੁਸੀਂ ਇਹਨਾਂ ਦੇ ਆਰਟੀਕਲ ਅਖਬਾਰਾਂ ਦੇ ਵਿੱਚ ਪੜ੍ਹਦੇ ਹੋ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਡਿਫੈਂਸ ਐਕਸਪਰਟ ਦੇ ਤੌਰ ਤੇ ਸਾਡੇ ਨਾਲ ਰਹਿਣਗੇ। ਤੁਹਾਡਾ ਬਹੁਤ ਸਵਾਗਤ ਹੈ ਕਾਹਲੋਂ ਸਾਹਿਬ। ਥੈਂਕ ਯੂ। ਕਰਨਲ ਜੈਵੰਤ ਸਿੰਘ ਇਹ ਉਸ ਬੈਠਕ ਵਿੱਚ ਵੀ ਮੌਜੂਦ ਰਹੇ ਆ ਤੇ ਇਹ ਖੁਦ ਵੀ ਡਿਫੈਂਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ। ਡਿਫੈਂਸ ਐਨਲਿਸਟ ਵੀ ਨੇ, ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਆ ਤੇ ਇਕਬਾਲ ਸਿੰਘ ਲਾਲਪੁਰਾ ਹਰਾਂ ਦੇ ਬਹੁਤ ਨੇੜਲੇ ਮੰਨੇ ਜਾਂਦੇ ਕਰਨਲ ਜੈਵੰਤ ਸਿੰਘ ਉੱਥੇ ਮੌਜੂਦ ਸੀਗੇ। ਇਹਨਾਂ ਨੇ ਉਸ ਮੁੱਦੇ ਨੂੰ ਕਿਵੇਂ ਦੇਖਿਆ, ਕਿਵੇਂ ਵਾਚਿਆ, ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਰਨਲ ਜੈਵੰਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ। ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ। ਇਹ ਇਹਨਾਂ ਮੁੱਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਬਹੁਤ ਨੇੜਿਓਂ ਸਮਝਦੇ ਆ। ਫੈਡਰੇਸ਼ਨ ਵਿੱਚ ਇਹਨਾਂ ਨੇ ਬੜਾ ਲੰਮਾ ਸਮਾਂ ਗੁਜ਼ਾਰਿਆ ਤੇ ਹੁਣ ਜਿਹੜੇ SGPC ਦਾ ਵਫਦ ਮਿਲਿਆ, ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਮੁੱਦੇ ਦੇ ਉੱਤੇ ਗੰਭੀਰਤਾ ਦਿਖਾਈ ਹੈ। ਉਸ ਗੰਭੀਰਤਾ ਦੇ ਵਿਚਾਲੇ ਕੀ ਇਕੱਲੀ ਸਿਆਸਤ ਹੈ ਜਾਂ ਮਰਿਆਦਾ ਤਰਕ ਕੇਂਦਰ ਸਰਕਾਰ ਨੂੰ ਸਮਝ ਆਵੇਗਾ। ਕਰਨੈਲ ਸਿੰਘ ਪੀਰ ਮੁਹੰਮਦ ਤੋਂ ਸਮਝਾਂਗੇ। ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਸਿੱਧਾ ਸਵਾਲ ਕਰਨਲ ਜੈਵੰਤ ਸਿੰਘ ਪਹਿਲਾਂ ਤੁਹਾਨੂੰ ਕਰਨਾ ਚਾਹੂੰਗਾ। ਕਰਨਲ ਜੈਵੰਤ ਸਿੰਘ, ਤੁਸੀਂ ਉਸ ਬੈਠਕ ਵਿੱਚ ਮੌਜੂਦ ਸੀ, ਤੁਹਾਨੂੰ ਲੱਗਦਾ ਕਿ ਕੋਈ ਹੱਲ ਨਿਕਲੂਗਾ? ਥੈਂਕ ਯੂ KP ਸਿੰਘ ਜੀ, ਥੈਂਕ ਯੂ। ਪਹਿਲੇ ਤੇ ਮੈਂ ਇੱਕ ਛੋਟਾ ਜਿਹਾ ਪੁਆਇੰਟ ਦੇਣਾ ਚਾਹਨਾ ਕਿ ਆਮ ਤੌਰ ਦੇ ਉੱਤੇ ਤੁਹਾਡੀ ਜਿਹੜੀ ਸਿਲੈਕਸ਼ਨ ਆਫ ਸਪੀਕਰਸ ਹੁੰਦੀ ਹੈ ਬਹੁਤ ਅੱਛੀ ਹੁੰਦੀ ਹੈ, ਪਰ ਅੱਜ ਦੇ ਦਿਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਅਗਰ SGPC ਦੇ ਕੋਈ ਨੁਮਾਇੰਦੇ ਹੁੰਦੇ, ਕਿਉਂਕਿ SGPC ਇੱਕ ਇੰਡੀਪੈਂਡੈਂਟ ਬੋਡੀ ਹੈ ਤੇ ਮੇਰੇ ਹਿਸਾਬ ਦੇ ਨਾਲ ਜਿੱਦਾਂ ਮੈਂ ਸੋਚਣਾ ਉਹਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਦੂਸਰਾ, ਅਗਰ ਮੈਨੂੰ ਵੀ ਅਗਰ ਤੁਸੀਂ ਦੇਖਣਾ ਹੈ ਤਾਂ ਐਜ਼ ਅ BJP ਸਪੋਕਸਪਰਸਨ ਤੇ ਮੇਰਾ ਇੱਥੇ ਆਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਕਿਉਂਕਿ ਇਹ ਗਵਰਨਮੈਂਟ ਦਾ ਇਸ਼ੂ ਹੈਗਾ, ਇੱਕ ਕਨਸਟੀਟਿਊਸ਼ਨਲ ਬੋਡੀ ਦਾ ਇਸ਼ੂ ਹੈ ਤੇ ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਹੋਣਾ ਚਾਹੀਦਾ ਸੀ ਇੱਥੇ। ਤੇ ਜਿਹੜੇ ਐਕਚੁਅਲ ਹੈਗੇ ਨੇ ਉਹ ਤੇ ਆਪਣੇ ਬ੍ਰਿਗੇਡੀਅਰ ਕਾਹਲੋਂ ਹੈਗੇ ਨੇ ਜੋ ਕਿ ਡਿਫੈਂਸ ਐਕਸਪਰਟ ਨੇ ਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਨਾ। ਪਰ ਚਲੋ ਠੀਕ ਹੈ, ਹੁਣ ਮੈਂ ਐਜ਼ ਅ ਸਪੋਕਸਪਰਸਨ ਨਹੀਂ ਬੋਲਾਂਗਾ, BJP ਸਪੋਕਸਪਰਸਨ ਮੈਂ ਐਜ਼ ਅ ਐਨਲਿਸਟ ਬੋਲਾਂਗਾ ਤੇ ਉਸ ਤਰੀਕੇ ਨਾਲ ਬੋਲਾਂਗਾ ਕਿ ਇਹ ਕਿਉਂਕਿ ਮੀਟਿੰਗ ਦੇ ਵਿੱਚ ਮੈਂ ਵੀ ਹੈਗਾ ਸੀਗਾ ਐਜ਼ ਅ ਡਿਫੈਂਸ ਐਨਲਿਸਟ ਮੈਂ ਸੀਗਾ ਉੱਥੇ। ਤੇ ਬੇਸਿਕਲੀ ਮੈਂ ਤੁਹਾਨੂੰ ਇਹਦਾ ਬੈਕਗਰਾਊਂਡ ਦੱਸ ਦੇ ਦੇਣਾ KP ਸਿੰਘ ਜੀ ਕਿ ਜਦੋਂ ਇਹ ਗੱਲ ਉੱਠੀ ਹੈ ਤੇ ਜਿਹੜੇ ਆਫਿਸਰਸ ਐਂਡ ਜਵਾਨਸ ਹੈਗੇ ਨੇ ਡਿਫੈਂਸ ਦੇ, ਸਪੈਸ਼ਲੀ ਚੰਡੀਗੜ੍ਹ ਦੇ ਆਸ-ਪਾਸ ਦੇ, ਉਹਨਾਂ ਨੇ ਇਹਦੇ ਉੱਤੇ ਬੈਠਕ ਕੀਤੀ ਸੀਗੀ ਕਿ ਇਹ ਇੱਕ 100% 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
ਨੈਸ਼ਨਲ ਸੇਫਟੀ ਸਿਕਿਉਰਿਟੀ ਸਪੈਸ਼ਲੀ ਆਰਮਡ ਕੋਰ ਦੀ ਸੇਫਟੀ ਸਿਕਿਉਰਿਟੀ ਦਾ, ਆਰਮਡ ਫੋਰਸਿਸ ਦੀ ਸੇਫਟੀ ਸਿਕਿਉਰਿਟੀ ਦਾ ਮੁੱਦਾ ਹੈਗਾ ਤੇ ਇਹਨੂੰ ਅੱਛੀ ਤਰ੍ਹਾਂ ਨਾਲ ਐਕਸਪਲੇਨ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਇਹਦੇ 'ਚ ਦੋ ਗੱਲਾਂ ਨੇ। ਪਹਿਲੀ ਗੱਲ ਇਹ ਹੈ ਕਿ ਸਾਡੇ ਬਹੁਤ ਸਤਿਕਾਰਯੋਗ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਅਗਰ ਕੋਈ ਬਿਆਨ ਦਿੱਤਾ ਹੈ ਤੇ ਸਾਨੂੰ ਉਸ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ, ਬਹੁਤ ਸੈਂਸਿਟਿਵਿਟੀ ਨਾਲ ਲੈਣਾ ਜੀ ਜ਼ਰੂਰੀ ਸੀਗਾ ਆਰਮੀ ਦੇ ਵਾਸਤੇ। ਇਸ ਵਾਸਤੇ ਅਸੀਂ ਮਾਈਨੋਰਿਟੀ ਕਮਿਸ਼ਨ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਤੁਸੀਂ ਇੱਕ ਬੈਠਕ ਬੁਲਾਓ ਜਿੱਥੇ ਅਸੀਂ ਇੱਥੋਂ ਦੇ ਵੈਟਰਨ ਰਿਪਰੈਜ਼ੈਂਟੇਟਿਵ ਭੇਜਾਂਗੇ ਸਿਰਫ ਆਪਣਾ ਪੁਆਇੰਟ ਆਫ ਵਿਊ ਦੇਣ ਵਾਸਤੇ, ਤੇ ਨਾਲ ਉੱਥੋਂ ਦੀ ਦੂਸਰੇ ਪਾਸਿਓਂ ਵੀ ਥੋੜੇ ਸਿੱਖ ਇੰਟੈਲੈਕਚੁਅਲਸ ਪਲਸ ਥੋੜੇ ਜੋ ਰਿਲੀਜੀਅਸ ਬੋਡੀ ਨੇ ਤੇ SGPC ਦੇ ਰਿਪਰੈਜ਼ੈਂਟੇਟਿਵ ਬੁਲਾ ਲਓ। ਸੋ ਉਸ ਤਰੀਕੇ ਦੇ ਨਾਲ ਇਹ ਮੀਟਿੰਗ ਸੀਗੀ, ਕੋਈ ਫਾਈਨਲ ਪੁਆਇੰਟਸ ਨੂੰ ਡਿਸਕਸ ਕਰਕੇ ਤੇ ਕੋਈ ਆਪਣਾ ਵਿਊ ਪੁਆਇੰਟ ਦੇਣ ਦੇ ਵਾਸਤੇ ਮੀਟਿੰਗ ਸੀਗੀ। ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਏ ਸੀ ਗਰੇਵਾਲ ਸਾਹਿਬ, ਉਹਨਾਂ ਨੇ ਕਿਹਾ ਕਿ ਮੈਨੂੰ ਅਕਾਲ ਤਖਤ ਦੇ ਵੱਲੋਂ ਆਦੇਸ਼ ਹੈਗਾ ਕਿ ਮੈਂ ਆਪਣਾ ਪੁਆਇੰਟ ਆਫ ਵਿਊ ਦੇਵਾਂ ਤੇ ਗੱਲ ਉੱਥੇ ਮੁੱਕ ਜਾਂਦੀ ਹੈ। ਤੇ ਉਹਨਾਂ ਨੂੰ ਮੈਨੂੰ ਪਹਿਲੇ ਮੌਕਾ ਦੇਣਾ ਚਾਹੀਦਾ। ਤੇ ਜਿਹੜੇ ਉੱਥੇ ਡਿਫੈਂਸ ਦੇ ਬੰਦੇ ਬੈਠੇ ਸੀਗੇ, ਉੱਥੇ KPP 3 ਜਨਰਲ ਬੈਠੇ ਸੀ, ਮਤਲਬ ਪੂਰਾ ਸੀਗਾ। 3 ਜਨਰਲ ਸੀਗੇ, ਮੇਜਰ ਜਨਰਲ ਸੀ, ਬ੍ਰਿਗੇਡੀਅਰ ਸੀ, ਕਰਨਲ ਸੀਗੇ, ਟੀਵੀ ਦੇ ਕਮਾਂਡਰ ਸੀ, ਇੱਕ ਰਿਸਲਦਾਰ ਮੇਜਰ ਵੀ ਸੀਗਾ ਸਿੱਖ ਲਈ। ਮਤਲਬ ਪੂਰੀ ਆਦਮੀ ਨੂੰ ਅਸੀਂ ਉੱਥੇ ਹਰ ਰੈਂਕ ਕਰਨਲ ਜੈਵਲ ਸਿੰਘ, ਮੈਂ ਸਿੱਧਾ ਸਰ ਪੁਆਇੰਟ ਕਰਨਾ ਚਾਹੁੰਦਾ। ਕਰਨਲ ਜੈਵਲ ਸਿੰਘ ਪਲੀਜ਼, ਮੇਰੀ ਬੇਨਤੀ ਹੈ ਕਰਨਲ ਜੈਵਲ ਸਿੰਘ। ਪੂਰਾ ਦੇਖ ਲਓ ਨਾ, ਸੁਣ ਲਓ ਪੂਰਾ, ਫਿਰ ਅੱਛੀ ਡਿਬੇਟ ਹੋਏਗੀ। ਤੇ ਉਹ SGPC ਦੇ ਨੁਮਾਇੰਦਿਆਂ ਨੂੰ ਇਹ ਰਿਕੁਐਸਟ ਕੀਤੀ ਗਈ ਸੀਗੀ ਕਿ ਅਸੀਂ ਤੁਹਾਡਾ ਪੁਆਇੰਟ ਲੈ ਲੈਂਦੇ ਹਾਂ, ਪਰ ਉਹਦੇ ਬਾਅਦ ਤੁਸੀਂ ਸਾਡਾ ਪੁਆਇੰਟ ਵੀ ਸੁਣ ਲਿਓ, ਸਾਡਾ ਪੁਆਇੰਟ ਆਫ ਵਿਊ। ਪਰ ਗਰੇਵਾਲ ਸਾਹਿਬ ਨੇ ਕਿਹਾ ਕਿ ਨਹੀਂ, ਅਸੀਂ ਆਪਣਾ ਪੁਆਇੰਟ ਦੇ ਕੇ ਤੇ ਦੂਸਰਾ ਪੁਆਇੰਟ ਸੁਣਨਾ ਨਹੀਂ ਹੈ ਤੇ ਅਸੀਂ ਉਹਦੇ ਬਾਅਦ ਚਲੇ ਜਾਣਾ ਹੈ। ਤੇ ਉਸ ਗੱਲ ਦੇ ਵਿੱਚ ਫਿਰ ਉਹਨਾਂ ਨੂੰ ਕਿਹਾ ਕਿ ਅੱਛਾ ਠੀਕ ਹੈ, ਤੁਸੀਂ ਆਪਣੀ ਸਟੇਟਮੈਂਟ ਦੇ ਦਿਓ। ਤੇ ਜਿਹੜੀ ਮੀਟਿੰਗ ਹੈ ਉਹ ਚੱਲਦੀ ਰਹੀ। ਨਹੀਂ ਕਰਨਲ ਜੈਵਲ ਸਿੰਘ, ਮੈਂ ਸਮਝਾ ਕਿ ਜਿਹੜੇ ਤੁਸੀਂ ਮੀਟਿੰਗ ਦੇ ਮਿੰਟਸ ਸ਼ੇਅਰ ਕਰ ਰਹੇ ਹੋ ਉਹਦੇ ਵਿੱਚ ਮੈਂ ਸਮਝਾ ਕਿ ਇਹ ਮੀਟਿੰਗ ਬੇਸਿੱਟਾ ਸੀ। ਮੀਟਿੰਗ ਕੀ ਸੀ? ਮੀਟਿੰਗ ਬੇਸਿੱਟਾ ਸੀ, ਕੋਈ ਕੰਕਲੂਜਨ ਨਹੀਂ ਨਿਕਲਿਆ ਇਸ ਮੀਟਿੰਗ ਵਿੱਚੋਂ? ਨਹੀਂ, ਕਿਉਂ ਨਹੀਂ ਕੰਕਲੂਜਨ ਨਿਕਲੀ? ਉੱਥੇ ਜਿੰਨੇ ਬੈਠੇ ਹੋਏ ਸੀਗੇ ਸਾਰੇ ਬੁੱਧੀਜੀਵੀ ਬੈਠੇ ਹੋਏ ਸੀ, ਆਰਮੀ ਦੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦੇ ਬੈਠੇ ਸੀਗੇ, ਹੋਰ ਬੜੇ ਰਿਲੀਜੀਅਸ ਹੈਡਸ ਬੈਠੇ ਸੀਗੇ। ਇੱਕ ਸ਼ਖਸ ਨੌਨਿਹਾਲ ਸਿੰਘ ਜੀ ਜਿਹੜੇ 5 ਪਿਆਰਿਆਂ ਦੀ ਫੈਮਿਲੀ ਤੋਂ ਨੇ, ਉਹ ਬੈਠੇ ਹੋਏ ਸੀਗੇ। ਇੱਕ ਕਰਨਲ ਇਕਬਾਲ ਸਿੰਘ ਬੈਠੇ ਸੀ ਜੋ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਫੈਮਿਲੀ ਤੋਂ ਆਉਂਦੇ ਨੇ, ਤੇ ਉਹਨਾਂ ਨੇ ਪੂਰੀ ਡਿਸਕਸ਼ਨ ਕੀਤੀ। ਕਰਨਲ ਜੈਵਲ ਸਿੰਘ ਮੈਨੂੰ ਸਿੱਧੇ ਸ਼ਬਦਾਂ ਵਿੱਚ ਦੱਸ ਦਿਓ, SGPC ਆਪਦਾ ਪੁਆਇੰਟ ਰੱਖ ਕੇ ਉੱਥੋਂ ਵਾਕਆਊਟ ਕਰ ਗਈ? SGPC ਨੇ ਆਪਣਾ ਪੁਆਇੰਟ ਰਿਟਨ ਸਟੇਟਮੈਂਟ ਦੇ ਕੇ ਤੇ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਹਿੱਸਾ ਨਹੀਂ ਲਿਆ। ਚਲੋ ਠੀਕ ਹੈ ਕਰਨਲ ਸਾਹਿਬ, ਮੈਂ ਵਾਪਸ ਆਊਂਗਾ ਸਰ। ਕਰਨਲ ਸਾਹਿਬ SGPC ਉੱਥੇ ਰਹਿਣਗੇ। ਕਰਨਲ ਸਾਹਿਬ ਮੈਂ ਵਾਪਸ ਆਊਂਗਾ। ਇੱਕ ਤੁਸੀਂ ਕਿਹਾ ਸੀ ਕਿ ਕੋਈ ਸਰਕਾਰ ਦਾ ਨੁਮਾਇੰਦਾ ਹੁੰਦਾ, ਤੁਸੀਂ ਡਿਫੈਂਸ ਐਨਾਲਿਸਟ ਦੇ ਤੌਰ ਤੇ ਗੱਲ ਕਰੋਗੇ। ਇੱਕ ਤੁਸੀਂ ਕਿਹਾ ਕਿ SGPC ਦਾ ਨੁਮਾਇੰਦਾ ਹੁੰਦਾ, ਇਹ ਪਾਰਟੀਆਂ ਨੇ ਡਿਸਾਈਡ ਕਰਨਾ ਹੁੰਦਾ ਜੀ ਉਹਨਾਂ ਨੇ ਕਿਹੜਾ ਨੁਮਾਇੰਦਾ ਭੇਜਣਾ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਦੱਸਿਆ ਸੀ, ਉਹਨਾਂ ਨੇ ਉਹਦਾ ਸਪੋਕਸਪਰਸਨ ਭੇਜਿਆ। ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਤੇ ਵਾਪਸ ਆ ਕੇ ਫਿਰ ਕੋਸ਼ਿਸ਼ ਕਰਾਂਗੇ। ਤੁਹਾਡੇ ਸਾਹਮਣੇ ਮੈਂ ਆ ਰਿਹਾ ਲੋਟ ਆਫ ਦਾ ਫੈਸਲਾ ਕੀ ਰੱਦ ਹੋ ਜਾਵੇਗਾ ਜਾਂ ਇਹ ਲਾਗੂ ਰਹੇਗਾ, ਜਾਂ ਦੀ ਤਸਵੀਰ ਹੈ ਜਿਹੜੀ ਉਹ ਅੱਗੇ ਵਧੇਗੀ। ਵਾਪਸ ਆ ਰਿਹਾ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਕਰਨੈਲ ਸਿੰਘ ਪੀਰਮਲ ਜੀ, ਜਿਹੜਾ ਸੰਵਾਦ ਹੈ ਉਹ ਸਾਨੂੰ ਇਹ ਦੱਸਦਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਕਿਹਾ ਕਿ ਸੰਵਾਦ ਗੋਸ਼ਟੀਆਂ ਨਾਲ ਹੱਲ ਨਿਕਲਦੇ ਆ। ਤੁਸੀਂ ਆਪਦਾ ਪੁਆਇੰਟ ਆਫ ਵਿਊ ਉੱਥੇ ਰੱਖ ਕੇ ਬਾਹਰ ਕਿਉਂ ਆ ਗਏ? ਉੱਥੇ ਰੁਕਣਾ ਚਾਹੀਦਾ ਸੀ ਤੁਹਾਨੂੰ, ਤੁਸੀਂ ਸੁਣਦੇ ਨਾ ਬਾਕੀਆਂ ਨੂੰ ਵੀ, ਕਿਉਂ ਨਹੀਂ ਸੁਣਿਆ ਪੀਰਮਲ ਸਾਹਿਬ? ਦੇਖੋ ਜਿਹੜੀ ਭਾਰਤੀ ਘੱਟ ਗਿਣਤੀ ਕਮਿਸ਼ਨ ਹੈ ਉਹਨੂੰ ਤਾਂ ਜਗਾਉਣ ਵਾਸਤੇ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਤੁਸੀਂ ਉਹਨਾਂ ਘੱਟ ਗਿਣਤੀ ਕੌਮਾਂ ਦੀ ਅਗਵਾਈ ਕਰ ਰਹੇ ਹੋ, ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ, ਜਿਨ੍ਹਾਂ ਨੇ ਆਪਣੇ ਹੱਕਾਂ ਹਕੂਕਾਂ ਵਾਸਤੇ ਲੜਨਾ ਹੁੰਦਾ। ਕਿਤੇ ਕਿਸੇ ਹੱਕਾਂ ਦੇ ਵਾਸਤੇ ਜਾਂ ਕਿਸੇ ਨਾਲ ਕੋਈ ਜ਼ਿਆਦਤੀ ਹੁੰਦੀ ਹੈ ਜਾਂ ਕੋਈ ਜਬਰੀ ਫੈਸਲਾ ਠੋਸਿਆ ਜਾਂਦਾ, ਤਾਂ ਉੱਥੇ ਭਾਰਤੀ ਘੱਟ ਗਿਣਤੀ ਕਮਿਸ਼ਨ ਜਿਹੜਾ ਹੈ ਉਹ ਆਪਣਾ ਰੋਲ ਅਦਾ ਕਰੇ।
ਲੋਕ ਫਾਈਨਲ ਡਿਸੀਜਨ ਮੇਕਰ ਨਹੀਂ ਹੈਗੇ ਕਿ ਉਹਨਾਂ ਨੇ ਇਕਬਾਲ ਸਿੰਘ ਲਾਲਪੁਰਾ ਜੀ ਨੇ ਜਾਂ ਉਹਨਾਂ ਦੇ ਜਿਹੜੇ ਸਾਥੀ ਮੈਂਬਰ ਸਾਹਿਬਾਨ ਨੇ ਉਹਨਾਂ ਨੇ ਤੇ ਇੱਕ ਵਿਊ ਪੁਆਇੰਟ ਦੇਣਾ, ਤੇ ਉਹ ਅਸੀਂ ਉਹਨਾਂ ਨੂੰ ਦੱਸ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਕੌਮ ਤੇ ਸਾਰੇ ਪੰਜਾਬੀ ਜਿਹੜੇ ਆ ਉਹ ਕੀ ਚਾਹੁੰਦੇ ਨੇ। ਅਸਲ ਦੇ ਵਿੱਚ ਗੱਲ ਕੀ ਹੈ ਕਿ ਤੁਸੀਂ ਪਿਛਲੇ ਲੰਮੇ ਸਮੇਂ ਦੇ ਇਤਿਹਾਸ ਦੇ ਉੱਤੇ ਝਾਤ ਮਾਰੋ ਕਿ ਸਾਰਾਗੜ੍ਹੀ ਤੋਂ ਲੈ ਕੇ ਸੰਸਾਰ ਦੀਆਂ ਜਿਹੜੀ ਜੰਗ ਹੋਈ ਹੈ ਉਸ ਦੇ ਵਿੱਚ, ਤੇ ਫਿਰ 65 ਤੇ 71 ਦੀਆਂ ਜੰਗਾਂ ਹੋਈਆਂ ਨੇ। ਤੁਸੀਂ ਦੇਖੋ ਉਹ ਸਮਾਂ, ਜੰਗ ਦਾ ਜਿਹੜਾ ਸਮਾਂ ਹੁੰਦਾ ਨਾ, ਉਹ ਸਦੀਆਂ ਬਦਲਦੀਆਂ ਰਹਿੰਦੀਆਂ, ਉਹਦੇ ਢੰਗ ਤਰੀਕੇ ਬਦਲਦੇ ਰਹਿੰਦੇ ਆ, ਲੇਕਿਨ ਜਿਹੜੀ ਲੜਾਈ ਹੈ ਉਹ ਜਜ਼ਬੇ ਨਾਲ ਲੜੀ ਜਾਂਦੀ ਹੈ। ਲੜਾਈ ਦੇ ਵਿੱਚ ਦੇਖੋ ਬੜੇ ਸੀਨੀਅਰ ਜਿਹੜੇ ਸਾਡੇ ਫੌਜੀ ਅਫੀਸਰ ਬੈਠੇ ਨੇ, ਕਾਹਲੋਂ ਸਾਹਿਬ ਬੈਠੇ ਨੇ, ਕਰਨਲ ਸਾਹਿਬ ਬੈਠੇ ਨੇ। ਮੈਂ ਇਹ ਗੱਲ ਕਹਿਣੀ ਚਾਹਣਾ ਕਿ ਦੇਖੋ ਭਾਰਤੀ ਫੌਜ ਦੇ ਵਿੱਚ ਜਿਹੜੀ ਸਿੱਖ ਨੇ, ਪਹਿਲਾਂ ਤਾਂ ਸਾਡੀਆਂ ਬਟਾਲੀਅਨ ਸਿੱਖ ਬਟਾਲੀਅਨ ਸਾਂ, ਉਹਨੂੰ ਇਹਨਾਂ ਨੇ ਜਿਹੜਾ ਰਲਗੜ ਕਰ ਦਿੱਤਾ। ਹੁਣ ਇਹ ਜਿਹੜਾ ਇੱਕ ਇਹੋ ਜਿਹਾ ਮਾਹੌਲ ਦੇਣਾ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ, ਜਿਵੇਂ ਭਾਰਤੀ ਜਨਤਾ ਪਾਰਟੀ ਦਾ ਇੱਕ ਆਪਣਾ ਇੱਕ ਏਜੰਡਾ ਹੈ ਕਿ ਉਹ ਹਰ ਚੀਜ਼ ਨੂੰ ਇਕਸਾਰ ਕਰਨਾ ਚਾਹੁੰਦੇ ਨੇ, ਇਹਦੇ ਵਿੱਚ ਵੀ ਜਿਹੜਾ ਲੋਹ ਟੋਪ ਦਾ ਜਿਹੜਾ ਮਸਲਾ ਹੈ, ਇਹ ਦੇਖੋ ਕਿ ਇਹ ਜਬਰੀ ਕਿਉਂ ਇਸ ਦੇ ਉੱਤੇ ਇਹਨਾਂ ਨੇ ਜਿਹੜੀ ਇਹਨਾਂ ਨੇ ਆਰਡਰ ਦਿੱਤੇ ਆ, ਉਸ ਤੋਂ ਪਹਿਲਾਂ ਸਾਰਿਆਂ ਨਾਲ ਕੋਈ ਇਸ ਦੇ ਉੱਤੇ ਕੋਈ ਇਹਨਾਂ ਨੇ ਕੋਈ ਗੱਲਬਾਤ ਕੀਤੀ ਹੈ? ਨਹੀਂ, ਪੀਰਮਾ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਪੀਰਮਾ ਸਾਹਿਬ ਐਸਜੀਪੀਸੀ ਉੱਥੇ ਆਪਣਾ ਵਿਊ ਪੁਆਇੰਟ ਰੱਖ ਕੇ ਆ ਗਈ। ਲਾਲਪੁਰਾ ਸਾਹਿਬ ਤੁਹਾਡੇ ਵਿਊ ਪੁਆਇੰਟ ਨੂੰ ਸੈਂਟਰ ਗਵਰਨਮੈਂਟ ਦੇ ਕੋਲੇ ਜਾਂ ਡਿਫੈਂਸ ਮਿਨਿਸਟਰੀ ਦੇ ਕੋਲੇ ਜਾਂ ਜਿੱਥੋਂ ਇਹ ਸਾਰਾ ਤਜਵੀਜ਼ ਬਾਹਰ ਆਈ ਹੈ ਉੱਥੇ ਪਹੁੰਚਦਾ ਕਰ ਦੇਣਗੇ? ਬਿਲਕੁਲ ਜੀ, ਇਹ ਤਾਂ ਹੁਣ ਉਹਨਾਂ ਦਾ ਫਰਜ਼ ਬਣਦਾ, ਨੈਤਿਕ ਫਰਜ਼ ਬਣਦਾ। ਉਹ ਇੱਕ ਸਿੱਖ ਨੇ ਔਰ ਉਹ ਖੁਦ ਅਫੀਸਰ ਰਹੇ ਨੇ, ਆਈਜੀ ਰੈਂਕ ਤੋਂ ਰਿਟਾਇਰਡ ਹੋਏ ਨੇ ਪੰਜਾਬ ਪੁਲਿਸ ਦੇ ਵਿੱਚੋਂ। ਪੀਰਮਾ ਸਾਹਿਬ ਇਹ ਤੁਸੀਂ ਸਿੱਧਾ ਵੀ ਪਹੁੰਚਾ ਸਕਦੇ ਸੀਗੇ, ਵਾਇਆ ਕੌਮੀ ਘੱਟ ਗਿਣਤੀ ਕਮਿਸ਼ਨ ਤੇ ਜਾਣ ਦੀ ਜ਼ਰੂਰਤ ਹੈਗੀ ਸੀ ਤੁਹਾਨੂੰ? ਦੇਖੋ ਗੱਲ ਕੀ ਹੈ ਕਿ ਇਹ ਦੇਖੋ ਜਿਹੜੇ ਕੁਝ ਅਦਾਰੇ ਬਣਾਏ ਗਏ ਨੇ, ਉਹਨਾਂ ਅਦਾਰਿਆਂ ਦੀ ਅਹਿਮੀਅਤ ਜਿਹੜੀ ਹੈ ਨਾ, ਉਹ ਜਿਹੜਾ ਉੱਥੇ ਕੁਰਸੀ ਦੇ ਉੱਤੇ ਬੈਠਾ ਹੋਇਆ ਮਨੁੱਖ ਜਿਹੜਾ ਉਹ ਹੀ ਦਰਸਾਉਂਦਾ। ਤੁਸੀਂ ਇਹ ਦੇਖੋ ਇੱਥੇ ਵੂਮਨ ਕਮਿਸ਼ਨ ਸੀ ਪੰਜਾਬ ਦੇ ਵਿੱਚ, ਕਿਸੇ ਨੂੰ ਪਤਾ ਹੀ ਨਹੀਂ ਸੀ। ਅਸੀਂ ਚੇਅਰਮੈਨ ਆਪਣੀਆਂ ਸਰਕਾਰਾਂ ਵਿੱਚ ਵੀ ਲਾਉਂਦੇ ਰਹੇ, ਲੇਕਿਨ ਇੱਕ ਮਨੀਸ਼ਾ ਗੁਲਾਟੀ ਆਏ, ਉਹਨਾਂ ਨੂੰ ਜਦੋਂ ਚੇਅਰਮੈਨ ਬਣਾਇਆ ਗਿਆ ਤੇ ਉਹਨਾਂ ਨੇ ਔਰਤਾਂ ਦੇ ਹੱਕਾਂ ਹਕੂਕਾਂ ਦੀ ਗੱਲ ਜਿਹੜੀ ਹੈ ਸੋਸ਼ਲ ਮੀਡੀਆ ਤੇ ਚਲੋ ਆਪਣਾ ਟੌਪਿਕ ਨਹੀਂ ਹੈਗਾ ਪੀਰਮਾ ਸਾਹਿਬ, ਇਹ ਆਪਣਾ ਟੌਪਿਕ ਨਹੀਂ ਹੈਗਾ। ਮੈਂ ਤਾਂ ਕਮਿਸ਼ਨ ਦੀ ਗੱਲ ਕਰ ਰਿਹਾ ਕਿ ਜਿਹੜਾ ਭਾਰਤੀ ਘੱਟ ਗਿਣਤੀ ਕਮਿਸ਼ਨ, ਸਾਨੂੰ ਲੋੜ ਹੀ ਨਾ ਪੈਂਦੀ, ਇਹ ਤਾਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਦਾ ਫਰਜ਼ ਬਣਦਾ ਸੀ। ਨਹੀਂ ਇੱਕ ਮਿੰਟ ਪੀਰਮਾ ਸਾਹਿਬ ਮੇਰਾ ਸਿੱਧਾ ਸਵਾਲ ਹੈ, ਤੁਹਾਨੂੰ ਵਿਸ਼ਵਾਸ ਹੈ ਇਕਬਾਲ ਸਿੰਘ ਲਾਲਪੁਰਾ ਹਰਾਂ ਤੇ? ਪਹਿਲਾਂ ਤੁਸੀਂ ਕਹਿੰਦੇ ਸੀ ਐਸਜੀਪੀਸੀ ਦੇ ਵਿਚਾਲੇ ਉਹ ਦਖਲਅੰਦਾਜ਼ੀ ਕਰਦੇ ਪਏ ਆ, ਹੁਣ ਤੁਸੀਂ ਉੱਥੇ ਹੀ ਚਲੇ ਗਏ ਉਹਨਾਂ ਕੋਲੇ ਮੁੱਦਾ ਲੈ ਕੇ। ਦੇਖੋ ਤੁਸੀਂ ਫਿਰ ਗੱਲ ਨੂੰ ਅਜੇ ਵੀ ਨਹੀਂ ਸਮਝ ਰਹੇ, ਤੁਸੀਂ ਗੱਲ ਨੂੰ ਤੁਸੀਂ ਡਿਲੂਟ ਕਰ ਰਹੇ ਹੋ। ਮੈਂ ਇਹ ਗੱਲ ਕਹਿ ਰਿਹਾ ਕਿ ਅਸੀਂ ਜਾਈਏ ਜਾਂ ਨਾ ਜਾਈਏ, ਇੱਕ ਸਿੱਖ ਹੋਣ ਦੇ ਨਾਤੇ, ਇੱਕ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਦਾ ਇੱਕ ਫਰਜ਼ ਬਣਦਾ ਹੈ, ਨੈਤਿਕ ਫਰਜ਼ ਬਣਦਾ ਹੈ ਕਿ ਉਹ ਇਹ ਮਸਲੇ ਨੂੰ ਆਪਣੇ ਆਪ ਹੀ ਟੇਕ ਓਵਰ ਕਰਦੇ ਔਰ ਅੱਗੇ ਜਾ ਕੇ ਲੈ ਕੇ ਜਾਂਦੇ ਆ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਆਪਾਂ ਉਸ ਮਸਲੇ ਨੂੰ ਇਹਦੇ ਨਾਲ ਰਲਗੱਡ ਨਾ ਕਰੀਏ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਬਿਲਕੁਲ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਭਾਰਤੀ ਫੌਜ ਦੇ ਵਿੱਚ ਸਿੱਖ ਫੌਜੀਆਂ ਦੇ ਉੱਤੇ ਜਬਰੀ ਲੋਹ ਟੋਪ ਪਾਉਣ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ, ਬੜੀ ਹੀ ਘਾਤਕ ਹੈ। ਤੁਸੀਂ ਦੇਖੋ ਦਸਤਾਰ ਜਿਹੜੀ ਹੈ, ਉਹ ਦਸਤਾਰ ਬੰਨ ਕੇ ਇੱਕ ਜਜ਼ਬੇ ਤੇ ਜੋਸ਼ ਨਾਲ ਲੜਾਈ ਲੜੀ ਜਾਂਦੀ ਹੈ, ਨਾ ਕਿ ਇਸ ਗੱਲ ਦੇ ਵਿੱਚ। ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੁਸੀਂ ਲੋਹ ਟੋਪ ਦੇ ਪਾਇਆ ਬੰਦੇ ਦੀ ਮੌਤ ਨਹੀਂ ਹੋਵੇਗੀ? ਚਲੋ ਠੀਕ ਹੈ ਪੀਰਮਾ ਸਾਹਿਬ ਠੀਕ ਹੈ, ਤੁਹਾਡਾ ਆਰਗੂਮੈਂਟ ਆ ਗਿਆ ਪੀਰਮਾ ਸਾਹਿਬ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਹਰਾਂ ਨੂੰ ਮੈਂ ਜੋੜਨਾ। ਕਾਹਲੋਂ ਸਾਹਿਬ, ਮੈਂ ਤੁਹਾਡੇ ਕੋਲ ਅਖੀਰ ਵਿੱਚ ਇਸ ਲਈ ਆਇਆ ਕਿਉਂਕਿ ਮੈਂ ਪਹਿਲਾਂ ਸਮਝਣਾ ਚਾਹੁੰਦਾ ਸੀਗਾ ਜਿਹੜੀ ਧਾਰਮਿਕ ਜਥੇਬੰਦੀ ਹੈ ਉਹ ਕੀ ਕਹਿਣਾ ਚਾਹ ਰਹੀ ਹੈ, ਪੋਲੀਟੀਕਲ ਪਾਰਟੀਆਂ ਉਹ ਕੀ ਕਹਿਣਾ ਚਾਹ ਰਹੀਆਂ, ਤੇ ਬਤੌਰ ਤੁਸੀਂ ਆਰਮੀ ਪਰਸਨ, ਤੁਸੀਂ ਇੰਨੇ ਸਾਲ ਉੱਥੇ ਕੰਮ ਕੀਤਾ, ਕਰਨਲ ਜੈਬੰਦ ਸਿੰਘ ਹਰਾਂ ਨੇ ਵੀ ਕੀਤਾ, ਇਹ ਜਾਣਬੁੱਝ ਕੇ ਵਿਵਾਦ ਦਾ ਵਿਸ਼ਾ ਬਣਾਇਆ ਜਾ ਰਿਹਾ ਜਾਂ ਤੁਹਾਨੂੰ ਲੱਗਦਾ ਹੈ ਕਿ ਮਰਿਆਦਾ ਤੇ ਸਿੱਧੀ ਸੱਟ ਮਾਰੀ ਜਾ ਰਹੀ ਹੈ, ਹਮਲਾ ਕੀਤਾ ਜਾ ਰਿਹਾ? ਮਿਸਟਰ ਕਾਹਲੋਂ, ਮੈਂ ਪਹਿਲੀ ਗੱਲ ਤੇ ਮੈਨੂੰ ਜਦੋਂ ਤੋਂ ਇਹ ਮੁੱਦਾ ਉੱਠਿਆ ਹੈਗਾ, ਮੈਨੂੰ ਇਹ ਗੱਲ ਦੀ ਸਮਝ ਨਹੀਂ ਤੇ ਮੈਨੂੰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਇਹਦੀ ਲੋੜ ਕਿਉਂ ਪਈ, ਲੋੜ ਟੋਪ ਦੀ ਲੋੜ ਕਿਉਂ ਪਈ। ਕਿਸੇ ਬੇਸਿਸ ਹੁੰਦੇ ਨੇ, ਕੋਈ ਬੁਨਿਆਦ ਹੁੰਦੀ ਹੈ। ਜੰਗਾਂ ਲੜੀਆਂ, ਵਰਲਡ ਵਾਰ 1 ਵਰਲਡ ਵਾਰ 2, ਹਾਂ ਮੁੱਦਾ ਉੱਠਿਆ ਸੀ ਥੋੜ੍ਹਾ ਜਿਹਾ, ਉਸੇ ਵੇਲੇ ਹੀ ਉਹਨਾਂ ਨੇ ਬੰਦ ਕਰ ਦਿੱਤਾ। ਕਿਉਂ? ਕਾਰਗਿਲ ਦਾ ਦੇਖ ਲਓ, ਕਾਰਗਿਲ ਵਿਊ ਕਮੇਟੀ ਹੋਈ ਹੈ, ਉਹਦੇ ਵਿੱਚ ਸਾਰੇ ਉਹਨਾਂ ਰਿਕਮੈਂਡੇਸ਼ਨ ਦਿੱਤੀਆਂ ਨੇ। ਮੈਂ ਪੁੱਛਣਾ ਚਾਹੁੰਦਾ ਕਿ ਕੋਈ ਕੈਜੂਲਟੀਜ਼ ਸਿੱਖਾਂ ਦੀਆਂ, ਸਿੱਖ ਸੋਲਜਰ ਦੀਆਂ ਕੈਜੂਲਟੀਜ਼ ਇਸ ਕਰਕੇ ਹੋਈਆਂ ਕਿ ਉਹਨਾਂ ਨੇ ਪਗੜੀ ਦਸਤਾਰ ਪਹਿਨੀ ਹੋਈ ਸੀ, ਕਿ ਉਹਨਾਂ ਦੇ ਸਿਰ 'ਚ ਗੋਲੇ ਲੱਗੇ? ਇਹਦਾ ਕੋਈ ਹੈ ਜਵਾਬ? ਕੋਈ ਉਹਨਾਂ ਕੋਲ ਹੈ ਡੇਟਾ ਬੇਸ ਹੁੰਦਾ?
ਜੇ ਕੋਈ ਫੌਜ ਦੀ ਵਰਦੀ ਕਰ ਰਹੇ ਨੇ ਡਿਸਰਪਟਿਵ ਪੈਟਰਨ ਆ ਗਿਆ ਤਾਂ ਲੋੜ ਕੀ ਪਈ ਜਾਂ ਕੋਈ ਹੋਰ ਬਦਲੀ ਕਰਨੀ ਹੈ ਕੋਈ ਚੀਜ਼ਾਂ ਹੁੰਦੀ ਰਹਿੰਦੀ ਹੈ ਡਰੈਸ ਬਦਲੀ ਤਾਂ ਉਹਦੀ ਨੈਸੈਸਿਟੀ ਕੀ ਹੋਈ ਹਾਲੇ ਤੱਕ ਇਹਦੀ ਨੈਸੈਸਿਟੀ ਦਾ ਕੋਈ ਪਤਾ ਚੱਲਿਆ। ਹਾਂ ਇਹ ਕਿਹਾ ਜਾ ਰਿਹਾ ਜੀ ਕਿ ਇਹੋ ਜਿਹੇ ਟੈਕਨੀਕਲ ਉਹ 'ਚ ਹੈਗੇ ਨੇ ਜੈਸੇ ਕਿ ਬੈਲਿਸਟਿਕ। ਮੈਂ ਇੱਥੇ ਸਵਾਲ ਕਰਦਾ ਬੈਲਿਸਟਿਕ ਉਹ 'ਚ ਦਰਜ ਨੇ ਜੇ ਇੱਕ ਸਿਪਾਹੀ ਜੋ ਹੈ ਇੱਕ ਸੈਕਸ਼ਨ ਕਮਾਂਡਰ ਹੈ और एक प्लटून कमांडर उन्हें आर्डर दे दिते आ कैप्चर करना टाइगर हिल ते जाना हुण वो जिहड़ा सिपाही है वो अपने आर्डर ਉਹਦੇ ਤੇ बैलिस्टिक वाला हेलमेट पहन के ਉਹਦੇ ਵੱਲ ध्यान देगा कि उन्हें सीधा बंदूक करके उन्हें हमला करना है जंकारा बोलना है और ये फतेह का प्रतीक है। मैं इत्थे दसना चाहुंदा कि जदों ये पिछली जंग होई ते ਉਹਦੇ ਵਿੱਚ ਇਹੋ ਜਿਹੀ ਸਥਿਤੀ ਵੀ ਪੈਦਾ ਹੋ ਗਈ ਕਿ ਮੈਂ 71 ਦੀ ਜੰਗ ਦੇ ਵਿੱਚ ਬਗੈਰ ਨਾਂ ਲਿਆ ਤੋਂ ਕਹਿਣਾ ਚਾਹੁੰਦਾ ਕਿ ਇੱਕ ਕੰਪਨੀ ਮੈਂ ਉੱਥੇ ਖੁਦ ਉੱਥੇ ਅਟਲੀ ਸਪੋਰਟ ਸੀਗਾ ਸਿੱਖ ਪਲਟਨ ਦੀ ਇੱਕ ਕੰਪਨੀ ਉਹਦਾ ਕਮਾਂਡਰ ਜਿਹੜਾ ਕੰਪਨੀ ਕਮਾਂਡਰ ਸੀਗਾ ਜਦੋਂ ਐਫਯੂਪੀ 'ਚ ਪਹੁੰਚੇ ਦਸਤੂਰ ਦੇ ਮੁਤਾਬਕ ਹਰ ਇੱਕ ਪਲਟਨ ਦਾ ਆਪੋ ਆਪਣਾ ਜਿਹੜਾ ਇਹ ਜਿਹਨੂੰ ਕਹਿੰਦੇ ਵਾਰ ਕਰਾਈ ਹੈ ਤੇ ਉੱਥੇ ਛੱਡਣ ਲੱਗੇ ਵਾਰ ਕਰਾਈ ਉਹਨੇ ਕਿਹਾ ਬੈਠ ਜਾਓ ਅੱਗੇ ਮਾਈਨਾਂ ਨੇ ਤੇ ਕਮਾਂਡਰ ਦਾ ਜਦੋਂ ਹੁਕਮ ਹੋ ਗਿਆ ਤੇ ਉੱਥੇ ਹੀ ਬੈਠ ਗਈ ਫੌਜ ਤੇ ਉਹ ਅਟੈਕ ਜਿਹੜਾ ਪਿਛਲੇ ਪਾਸੋਂ ਜਾਣਾ ਸੀ ਜਿਹਨੇ ਉਹ ਤੇ ਪਹੁੰਚ ਗਿਆ ਕਮਾਂਡੋ। ਅਸੀਂ ਤੋਪਖਾਨਾ ਫਾਇਰ ਕਰਦੇ ਰਹੇ ਤੇ ਉਹ ਉੱਠੇ ਨਹੀਂ। ਉਸ ਮੇਜਰ ਨੂੰ 12 ਸਾਲ ਕੈਦ ਹੋਈ ਕੁਛ ਇੱਕ ਦੂਜੇ ਵੀ ਹੋਏ। ਕਹਿਣ ਤੋਂ ਮਤਲਬ ਇਹ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਉੱਠ ਕੇ ਸਵਾਲ ਕੀਤਾ ਕਿ ਸਾਡੀ ਦਸਤਾਰ ਦਾ ਸਵਾਲ ਹੈ ਸਾਡੇ ਧਰਮ ਦੇ ਵਿੱਚ ਇੱਦਾਂ ਚੱਲਿਆ ਸਾਡੇ ਤੇ ਅਸੀਂ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਭਾਈ ਤਾਰੂ ਸਿੰਘ ਦੇਖ ਲਓ ਬਾਬਾ ਬੰਦਾ ਸਿੰਘ ਬਹਾਦਰ ਦੇਖ ਲਓ ਇੱਕ ਪਾਸੇ ਸੇਫਟੀ ਦੂਜੇ ਪਾਸੇ ਆਸਥਾ ਉਹਨਾਂ ਨੇ ਆਸਥਾ ਨੂੰ ਪ੍ਰਮੋਟ ਉਹਦੇ ਵਿੱਚ ਵੀ ਜਿਹੜੀਆਂ ਕੋਰਟ ਇਨਕੁਆਰੀਆਂ ਹੋਈਆਂ ਕੋਰਟ ਮਾਰਸ਼ਲ ਹੋਏ ਉਹਦੇ ਵਿੱਚ ਇਹ ਦਰਜ ਹੈ। ਹੁਣ ਮੈਂ ਗੱਲ ਕਰਦਾ ਉਸ ਤੋਂ ਬਾਅਦ ਦੀ ਵੀ ਗੱਲ ਕਰ ਹੁਣ ਦੇਖ ਲਓ ਗਲਵਾਨ ਘਾਟੀ 'ਚੋਂ ਕੁਛ ਹੋਇਆ। ਮੈਂ ਪਿਛਲੇ ਕੁਝ ਦਿਨਾਂ ਤੋਂ ਗੱਲ ਕਰ ਰਿਹਾ ਸੀ KP ਜੀ ਉੱਥੇ ਇੱਕ ਹੌਲਦਾਰ ਸਰਵਿਸ ਹੈ ਹੁਣ ਮੈਂ ਕਿਹਾ ਕੀ ਹਾਲ ਹੈ ਹੁਣ 18 ਫੁੱਟ ਦੀ 18,000 ਫੁੱਟ ਦੀ ਉਹ ਕਹਿਣ ਲੱਗਾ ਕਿ ਅਸੀਂ ਸਿੱਖ ਟਰੋਪ ਦੀ ਗੱਲ ਕਰਨ ਦੇ ਸਿੱਖ ਪਲਟਨ ਦੀ ਉਹ ਕਹਿਣ ਲੱਗਾ ਕਿ ਅਸੀਂ ਕਿਉਂਕਿ ਥੋੜ੍ਹਾ ਮੌਸਮ ਵੀ ਇਹੋ ਜਿਹਾ ਅਤੇ ਕਈ ਵਾਰੀ ਦਾੜੀ ਜਿਸ ਤਰ੍ਹਾਂ ਮੈਂ ਵਧੀ ਹੈ ਆਰਡਰ ਲੈਦਾ ਸਿੱਖ ਸੋਲਜਰ ਦੇ ਫੋਟੋ ਉੱਥੇ ਦੱਸਿਆ ਹੁਣ ਜਿਹੜੇ ਰੈਗੂਲੇਸ਼ਨ ਆਫ ਦੀ ਕਲੋਥਿੰਗ ਰੈਗੂਲੇਸ਼ਨ ਨੂੰ ਕਾਫੀ ਅਮੈਂਡਮੈਂਟ ਹੋਈ ਹੈ। ਮੈਂ ਦੇਖ ਕੇ ਆਇਆ ਮੈਂ ਪੜ੍ਹ ਕੇ ਹੁਣ ਵੀ ਆਇਆ ਮੇਰੇ ਕੋਲ ਹੈਗੀਆਂ ਪਹਿਲਾਂ ਕੁਝ ਹੋਰ ਸੀ ਹੁਣ ਕੁਝ ਥੋੜ੍ਹਾ ਬਦਲੀ ਹੁੰਦਾ ਜਾ ਰਿਹਾ। ਉਹਨੇ ਪੁੱਛਿਆ ਉਹ ਕਹਿੰਦਾ ਚਾਈਨੀਜ਼ ਕਹਿੰਦੇ ਨੇ ਕਿ ਇੱਥੇ ਡੈਵਲ ਆ ਗਏ ਇਹ ਭੂਤ ਆ ਗਏ ਉਹ ਡਰਦੇ ਨੇ। ਕਿਉਂ ਡਰਦੇ ਨੇ? ਜੇ ਪਾਕਿਸਤਾਨੀ ਡਰਦੇ ਨੇ ਕਿਉਂ ਡਰਦੇ ਨੇ? ਜੇ ਚੀਨੀ ਡਰਦੇ ਨੇ ਕਿਉਂ ਡਰਦੇ ਨੇ? ਕਿਉਂਕਿ ਇੱਕ ਵੱਖਰਾਪਨ ਹੈ। ਨਹੀਂ ਇੱਕ ਮਿੰਟ ਬਰਗੜੀ ਗੱਲ ਮੈਂ ਤੁਹਾਡੀ ਗੱਲ ਹੀ ਸੁਣ ਰਿਹਾ। ਕਰਨਲ ਜੈਬੰਦ ਸਿੰਘ ਹਰਾਂ ਨੇ ਵੀ ਇਹੋ ਜਿਹੀਆਂ ਜੰਗਾਂ ਲੜੀਆਂ ਉੱਥੇ ਗਏ ਆ ਸਰਹੱਦਾਂ ਤੇ ਗਏ ਆ ਇਹਨਾਂ ਨੂੰ ਕੋਈ ਇਤਰਾਜ਼ ਕਿਉਂ ਨਹੀਂ ਹੈਗਾ? ਤੁਹਾਨੂੰ ਕਿਉਂ ਇਤਰਾਜ਼ ਬਰਗੜੀ ਗੱਲ? ਮੈਨੂੰ ਇਤਰਾਜ਼ ਇਸ ਕਰਕੇ ਹੈ ਕਿ ਇਹਦੇ ਬਾਰੇ ਕੋਈ ਜਿੱਦਾਂ ਕਿ ਸਿੰਘ ਸਾਹਿਬ यानी हरप्रीत जथेदार साहब अकाल तख्त साहब ने गल कही है कि ਉਹਦੇ ਪਹਿਲੋਂ ਕੋਈ ਜਾਇਜ਼ਾ ਲਿਆ ਜਾਂਦਾ तो इस वास्ते जे ਉਹਦੀ ਲੋੜ ਉਹਦੇ ਤੇ ਭਾਰ ਪਏਗਾ। ਜੇ ਪਗੜੀ ਦੇ ਉੱਤੇ ਕੁਝ ਸਾਨੂੰ ਪਤਾ ਸਾਰਿਆਂ ਜੰਗਾਂ ਲੜੀਆਂ ਸੀ ਤੇ ਬੈਟਲ ਦੇਖਿਆ ਬੈਟਲ ਨਾਕੂਲੇਸ਼ਨ ਬੈਟਲ ਦੇ ਵਿੱਚ ਆ ਕੇ ਉਹਦੇ ਤੇ ਇੱਕ ਹੁੰਦਾ ਕੈਮੋਸਾਈਜ਼ ਨਟ ਹੁੰਦਾ ਉਹਨੂੰ ਇੰਪਰੂਵ ਕੀਤਾ ਜਾ ਸਕਦਾ ਸੀ। ਲੋੜ ਇਸ ਕਰਕੇ ਹੈ ਮੈਂ ਕਹਿੰਦਾ ਕਿ ਤੁਸੀਂ ਗੱਲ ਕਹੀ ਹੈ ਕਿ ਬਾਈ ਕਿਉਂ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਕਿਤੇ ਕੋਈ ਸਪੈਸ਼ਲਾਈਜ਼ਡ ਆਪਰੇਸ਼ਨ ਹੈ ਉਹਦੇ 'ਚ ਤਰ੍ਹਾਂ ਉਹ ਠੀਕ ਹੈ ਭੇਸ ਬਦਲੀ ਕਰਕੇ ਜਾਣਾ ਕੁਛ ਇੱਕ ਉਹਦੇ ਵਿੱਚ ਹੈਗਾ ਦੂਜਿਆਂ ਨੂੰ ਭੇਜਿਆ ਜਾ ਸਕਦਾ। ਹਾਂ ਐਡਰੈਸ ਵਿੱਚ ਇਹ ਵੀ ਆ ਗਿਆ ਕਿ ਜੋ ਪੀਟੀ ਕਰਨੀ ਹੈ ਪਟਕਾ ਪਾਓ ਤੇ ਪਾਓ ਮਗਰ ਸਪੈਸੀਫਿਕਲੀ ਇਹ ਜਿਹੜੇ ਲੋ ਟੋਪ ਆਰਡਰ ਕਰਕੇ ਸਿੱਖਾਂ ਵਾਸਤੇ ਕਰਨਾ ਇਹਦੇ ਵਾਸਤੇ ਕਿਉਂਕਿ ਇਹਦਾ ਤੇ ਪ੍ਰਭਾਵ ਜੰਗਾਂ ਵਿੱਚ ਵੀ ਪਏਗਾ ਕਿਉਂਕਿ ਹਰ ਇੱਕ ਸਿੱਖ ਪਲਟਨ ਦਾ ਆਪੋ ਆਪਣਾ ਜਿਹੜਾ ਵਾਰ ਕਰਾਈ ਹੈ ਉਹਦੇ ਜਜ਼ਬੇ ਤੇ ਉਹਦੇ ਤੇ ਚੱਲ ਕੇ ਇਹ ਕਾਮਯਾਬੀਆਂ ਹਾਸਲ ਹੁੰਦੀਆਂ ਨੇ ਹੋਈਆਂ ਹੁੰਦੀਆਂ ਰਹਿਣਗੀਆਂ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਵਾਂਗੇ ਕਰਨ ਜੈਬੰਦ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਅਸਲ ਵਿੱਚ ਇਹ ਮੁੱਦਾ ਹੈ ਕੀ ਹੈ ਤੇ ਉਸ ਮੁੱਦੇ ਨੂੰ ਕਿਸ ਤਰੀਕੇ ਪੇਸ਼ ਕੀਤਾ ਜਾ ਰਿਹਾ। ਸਵਾਲ ਬਹੁਤ ਸਾਰੇ ਸਾਡੇ ਅੱਗੇ ਤੇ ਵਾਪਸ ਆ ਰਹੇ।
ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਕਰਨਲ ਜੈਬੰਦ ਸਿੰਘ, ਇਸ ਡਿਬੇਟ ਵਿੱਚੋਂ ਨਿਕਲ ਕੇ ਜੋ ਚੀਜ਼ ਮੇਰੇ ਸਾਹਮਣੇ ਆਈ ਹੈ ਮੈਂ ਉਹ ਸਵਾਲ ਤੁਹਾਡੇ ਅੱਗੇ ਰੱਖ ਰਿਹਾ। ਕਰਨਲ ਜੈਬੰਦ ਸਿੰਘ, ਸੁਰੱਖਿਆ ਦੇ ਮੁੱਦੇ ਨੂੰ ਇੱਕ ਧਰਮ ਦਾ ਮੁੱਦਾ ਬਣਾ ਕੇ ਇਹੋ ਜਿਹੀ ਬਹਿਸ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਸ ਵਿੱਚ ਬਹਿਸ, ਚਲੋ ਉਸ ਤੋਂ ਬਾਅਦ ਦੇਖਾਂਗੇ ਕਰਨਾ ਕੀ ਹੈ। ਕਰਨਲ ਜੈਬੰਦ ਸਿੰਘ। ਕਰਨਲ ਜੈਬੰਦ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? केपी जी बहुत अच्छा सवाल है ਤੁਹਾਡਾ। ਸਭ ਤੋਂ ਪਹਿਲੇ ਤੇ ਜੋ ਪੀਰ ਮੁਹੰਮਦ ਸਾਹਿਬ ਨੇ ਕਿਹਾ ਸੀਗਾ ਉਹ ਮੈਂ ਕਲੈਰੀਫਿਕੇਸ਼ਨ ਦੇ ਦਵਾਂ ਕਿ ਉੱਥੇ ਚੇਅਰਮੈਨ ਮਾਈਨੋਰਿਟੀ ਕਮਿਸ਼ਨ ਨੇ ਬਹੁਤ ਸਪਸ਼ਟ ਤਰੀਕੇ ਦੇ ਨਾਲ ਕਹਿ ਦਿੱਤਾ ਕਿ ਦੇਖੋ ਮੇਰਾ ਕੰਮ ਹੈਗਾ ਸਿਰਫ ਇੱਕ ਰਿਕਮੈਂਡਿੰਗ ਅਥਾਰਟੀ ਕਿ ਮੈਂ ਇੱਥੇ ਜੋ ਵੀ ਗੱਲਬਾਤ ਹੋਈ ਹੈ ਉਹਨੂੰ ਜਿਸ ਤਰੀਕੇ ਨਾਲ ਹੋਈ ਹੈ ਉਸ ਤਰੀਕੇ ਨਾਲ ਗਵਰਨਮੈਂਟ ਦੇ ਸਾਹਮਣੇ ਕਰ ਦਵਾਂ। ਮੇਰੇ ਵਾਸਤੇ ਕੋਈ ਅਥਾਰਟੀ ਹੈ ਨਹੀਂ ਕਿਸੇ ਚੀਜ਼ ਦੇ ਉੱਤੇ ਡਿਸੀਜਨ ਲੈਣ ਵਾਸਤੇ। ਸੋ ਇਹ ਗੱਲ ਜਿਹੜੀ ਸੀਗੀ ਇਹ ਤੇ ਕਲੀਅਰ ਹੋ ਗਈ। ਇਹਦੇ ਵਰਡ ਟੂ ਵਰਡ ਮਿੰਟਸ ਬਣਨਗੇ। ਉਹ ਮਿੰਟਸ ਜਿਹੜੇ ਨੇ ਜਿਹੜੇ ਬੰਦੇ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਉਹਨਾਂ ਕੋਲੋਂ ਅਪਰੂਵ ਹੋਣਗੇ ਤੇ ਫਿਰ ਗਵਰਨਮੈਂਟ ਦੇ ਵੱਲੋਂ ਮਾਈਨੋਰਿਟੀ ਕਮਿਸ਼ਨ ਦੇ ਵੱਲੋਂ ਗਵਰਨਮੈਂਟ ਦੇ ਵੱਲ ਚਲੇ ਜਾਣਗੇ। ਦੂਸਰੀ ਗੱਲ ਜਿਹੜੀ ਕਾਲੋ ਸਾਹਿਬ ਕਹਿੰਦੇ ਨੇ ਕਿ ਇਹ ਡਿਸਕਸ ਕਿਉਂ ਨਹੀਂ ਕੀਤਾ। ਕਾਲੋ ਸਾਹਿਬ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਨਾ, ਮੇਰੇ ਕੋਲੋਂ ਬਹੁਤ ਸੀਨੀਅਰ ਨੇ। ਇਹਨਾਂ ਨੂੰ ਵੀ ਪਤਾ ਹੈ ਕਿ ਆਰਮੀ ਆਪਣੇ ਇਕਵਿਪਮੈਂਟ ਦੀ ਪਰਚੇਜ਼ ਦੇ ਵਾਸਤੇ ਕਿਸੇ ਦੇ ਨਾਲ ਵੀ ਇੱਦਾਂ ਕਿਸੇ ਵੀ ਮਜ਼ਹਬ ਦੇ ਨਾਲ ਤੇ ਕਿਸੇ ਰਿਲੀਜੀਅਸ ਬੋਡੀ ਦੇ ਨਾਲ ਡਿਸਕਸ ਨਹੀਂ ਕਰਦੀ ਹੈ। ਉਹ ਚੀਜ਼ ਖਰੀਦਦੀ ਹੈ ਜਿਹੜੀ ਆਰਮੀ ਨੂੰ ਸੂਟੇਬਲ ਹੁੰਦੀ ਹੈ ਤੇ ਉਹ ਉਸ ਤਰੀਕੇ ਦੇ ਨਾਲ ਇਕਵਿਪਮੈਂਟ ਖਰੀਦਦੀ ਹੈ ਜੋ ਕਿ ਕੰਟੈਂਪਰੇਰੀ ਹੁੰਦੀ ਹੈ। ਆਰਮੀ ਕਦੀ ਡਿਸਕਸ ਨਹੀਂ ਕਰਦੀ ਕਿਸੇ ਨਾਲ। ਆਰਮੀ ਜਦੋਂ ਆਪਣਾ ਇੱਕ ਪ੍ਰਪੋਜ਼ਲ ਬਣਾਉਂਦੀ ਹੈ ਤੇ ਗਵਰਨਮੈਂਟ ਨਾਲ ਵੀ ਨਹੀਂ ਡਿਸਕਸ ਕਰਦੀ। ਉਹ ਗਵਰਨਮੈਂਟ ਨੂੰ ਪ੍ਰਪੋਜ਼ਲ ਭੇਜ ਦਿੰਦੀ ਹੈ ਕਿ ਇਹ ਚੀਜ਼ ਸਾਨੂੰ ਚਾਹੀਦੀ ਹੈ ਤੇ ਹੁਣ ਤੁਸੀਂ ਇਹਦੇ ਬਾਰੇ ਦੇਖੋ ਕਿ ਇਹ ਬੈਸਟ ਕਿੱਥੋਂ ਦੀ ਮਿਲ ਸਕਦੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਮੈਂ ਤੇ ਕਾਲੋ ਸਾਹਿਬ ਸਾਡੀ ਹੁਣ ਜਿਸ ਤਰੀਕੇ ਦੀ ਉਮਰ ਹੈ ਅਸੀਂ ਸਟ੍ਰੈਟੇਜਿਕ ਐਨਾਲਿਸਟ ਹਾਂ। ਅਸੀਂ ਆਰਟ ਆਫ ਵਾਰਫੇਅਰ ਦੀ ਗੱਲ ਕਰਦੇ ਹਾਂ, ਸਟ੍ਰੈਟੇਜਿਕ ਇਸ਼ੂਜ਼ ਕਿ ਸਾਡੇ ਕਿਹੜੇ ਮਿਲਟਰੀ ਇਸ਼ੂਜ਼ ਚੱਲ ਰਹੇ ਨੇ ਪਾਕਿਸਤਾਨ ਨਾਲ, ਚਾਈਨਾ ਨਾਲ, ਵਰਲਡ ਦੇ ਨਾਲ। ਜਿਹੜਾ ਇਕਵਿਪਮੈਂਟ ਪ੍ਰੋਫਾਈਲ ਹੈ ਤੇ ਜਿਹੜਾ ਤਰੀਕਾ ਲੜਨ ਦਾ ਉਹ ਸਾਡੇ ਟਾਈਮ ਤੋਂ ਬਹੁਤ ਜ਼ਿਆਦਾ ਚੇਂਜ ਹੋ ਗਿਆ ਹੋਇਆ ਹੈ ਤੇ ਉਹਦੇ ਬਾਰੇ ਬੈਸਟ ਉਹਨਾਂ ਨੂੰ ਪਤਾ ਹੈ ਜੋ ਕਿ ਨੌਕਰੀ ਕਰ ਰਹੇ ਨੇ। ਸਾਡਾ ਕੰਮ ਹੈਗਾ ਜੋ ਨੌਕਰੀ ਕਰ ਰਹੇ ਨੇ ਉਹਨਾਂ ਦੀ ਪੂਰੀ ਸਪੋਰਟ ਕਰੀਏ ਤੇ ਉਹਨਾਂ ਨੂੰ ਜੋ ਚਾਹੀਦਾ ਉਹ ਲੈ ਲੈਣ। ਇਹ ਸਾਡੇ ਵਾਸਤੇ ਸੋਚਣਾ ਕਿ ਉਹਨਾਂ ਨੇ ਆਪਣੇ ਟਰੂਪਸ ਦੇ ਨਾਲ ਇਹ ਗੱਲਬਾਤ ਨਹੀਂ ਕੀਤੀ ਹੋਏਗੀ ਇਹ ਸਾਡੀ ਨਾਦਾਨੀ ਹੈ। ਅਸੀਂ ਆਪਣੇ ਹੀ ਜਿਹੜੇ ਜੂਨੀਅਰਸ ਨੇ ਉਹਨਾਂ ਦੀ ਸ਼ਮਤਾ ਦੇ ਉੱਤੇ ਉਹਨਾਂ ਦੀ ਕਰਨਲ ਜੈਬੰਦ ਸਿੰਘ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਸੀ, ਅੱਜ ਫਿਰ ਤੁਹਾਨੂੰ ਇਹ ਸਵਾਲ ਕਰ ਰਿਹਾ, ਜੇ ਉੱਥੇ ਸਾਬਤ ਸੂਰਜ ਸਿੱਖ ਫੌਜੀ ਨੇ ਇਹ ਲੋ ਟੋਪ ਪਾਉਣ ਤੋਂ ਮਨਾ ਕਰ ਦਿੱਤਾ ਫਿਰ ਕੀ ਡਿਸੀਜਨ ਹੋਊਗਾ? ਦੇਖੋ ਕੇਪੀ ਸਿੰਘ ਜੀ, ਪਹਿਲੀ ਗੱਲ ਤੇ ਕੋਈ ਇਹਨੂੰ ਪਾਉਣ ਤੋਂ ਮਨਾ ਨਹੀਂ ਕਰੇਗਾ। ਉੱਥੇ ਇਹ ਗੱਲਬਾਤ ਹੋਈ ਕਿ ਆਪਸ਼ਨ ਜਿਹੜੀ ਹੈ ਉਹ ਬੰਦੇ ਨੂੰ ਦਿੱਤੀ ਜਾ ਸਕਦੀ ਹੈ ਪਰ ਉਹ ਵੀ ਹੁਣ ਅੱਗੇ ਨਹੀਂ ਹੋ ਸਕਦਾ ਕਿਉਂਕਿ ਮੈਂ ਪਿਛਲੀ ਵਾਰੀ ਸਮਝਾਇਆ ਸੀਗਾ ਜਿਹੜਾ ਅੱਜ ਕੱਲ੍ਹ ਦਾ ਕੰਬੈਟ ਗੇਅਰ ਹੈ ਨਾ, ਇੱਕ ਸੋਲਜਰ ਬ੍ਰਿਗੇਡੀਅਰ ਸਾਹਿਬ ਨੇ ਥੈਂਕ ਗੋਡ ਇਹ ਕਹਿਤਾ ਕਿ ਚਲੋ ਸੈਕਸ਼ਨ ਕਮਾਂਡਰ ਤੇ ਪਲਟੂਨ ਕਮਾਂਡਰ ਨੂੰ ਚਾਹੀਦਾ ਹੋਏਗਾ। ਮੈਂ ਜਿੰਨਾ ਅੱਜ ਕੱਲ੍ਹ ਦਾ ਵਾਰਫੇਅਰ ਸਮਝਦਾ, ਇੱਕ ਸੋਲਜਰ ਆਪਣੇ ਆਪ ਦੇ ਵਿੱਚ ਇੱਕ ਪੂਰਾ ਸਿਸਟਮ ਹੁੰਦਾ ਹੈ। ਉਹਦੇ ਕੋਲ ਇੰਟੈਲੀਜੈਂਸ, ਕਮਿਊਨੀਕੇਸ਼ਨ, ਇਨਫਰਾਰੈਡ ਸਾਰਾ ਕੁਝ ਉਹਦਾ ਜਿਹੜਾ ਹੈਗਾ ਉਹ ਹੁੰਦਾ ਹੈ ਤੇ ਤੁਸੀਂ ਹੈਲਮਟ ਪਾਉਣ ਦੇ ਬਗੈਰ ਮਤਲਬ ਇਹ ਕੰਬੈਟ ਹੈਡਗੇਅਰ ਪਾਉਣ ਦੇ ਬਗੈਰ ਤੁਸੀਂ ਆਪਣੇ ਸਾਰੇ ਜਿਹੜੇ ਤੁਹਾਡੇ ਵੈਪਨ ਸਿਸਟਮਸ ਨੇ ਉਹਨਾਂ ਨੂੰ ਇਸਤੇਮਾਲ ਹੀ ਨਹੀਂ ਕਰ ਸਕਦੇ। ਠੀਕ ਮੇਰੀ ਸਮਝ ਦੇ ਵਿੱਚ ਤੇ ਪੋਸੀਬਲ ਨਹੀਂ ਆਉਂਦਾ ਕਿ ਇਸ ਹੈਲਮਟ ਦੇ ਇਸ ਹੈਡਗੇਅਰ ਦੇ ਬਗੈਰ ਤੁਸੀਂ ਕਿੱਦਾਂ ਲੜਾਈ ਲੜ ਲਓਗੇ। ਠੀਕ ਹੈ, ਆਈ ਕੈਨ ਨਾਟ ਅੰਡਰਸਟੈਂਡ। ਠੀਕ ਹੈ, ਉਹਨਾਂ ਨੂੰ ਖੁਦ ਹੀ ਕਨਵਿੰਸ ਕਰਨਾ ਪਏਗਾ, ਉਹਨਾਂ ਦਾ ਕੰਮ ਹੈ ਜਿਹੜੇ ਪ੍ਰੋਫੈਸ਼ਨਲ। ਠੀਕ ਹੈ ਬ੍ਰਿਗੇਡੀਅਰ ਕਾਲੋ, ਮੈਂ ਇੱਕ ਗੱਲ ਇਹ ਕਰਨਾ ਚਾਹੁੰਦਾ ਪਹਿਲੀ ਗੱਲ ਕਿ ਜਿਹੜੇ ਰੈਗੂਲੇਸ਼ਨ, ਕਲੋਥਿੰਗ ਰੈਗੂਲੇਸ਼ਨ, ਡਰੈਸ ਰੈਗੂਲੇਸ਼ਨ ਆਏ ਨੇ ਉਹ ਤੱਕ ਇੱਥੋਂ ਤੱਕ ਕਰ ਦਿੱਤਾ ਹੈ ਅੰਡਰਵੀਅਰ ਕਿਸ ਤਰੀਕੇ ਦਾ ਪਹਿਨਣਾ ਹੋਏਗਾ। ਉੱਥੇ ਦਿੱਤਾ ਅੰਮ੍ਰਿਤਧਾਰੀਆਂ ਵਾਸਤੇ ਕਿਰਪਾਨ ਕਿੱਥੇ ਹੋਏਗੀ, ਕਿਸ ਤਰ੍ਹਾਂ ਹੋਏਗੀ, ਸਭ ਕੁਝ ਦਿੱਤਾ। ਪਗੜੀ ਦਾ ਆਖਰੀ ਲੜ ਕਿੱਥੋਂ ਹੋਏਗਾ, ਉਹਨਾਂ ਦੀ ਫੋਟੋ ਦਿੱਤੀਆਂ ਨੇ ਨਾਲ, ਅਦਲਾ ਬਦਲੀ ਹੋਈ ਹੈ। ਮੈਂ ਇੱਥੇ ਗੱਲ ਕਰਨਾ ਚਾਹੁੰਦਾ ਧਰਮ ਦੇ ਨਾਲ ਕਿਸ ਤਰ੍ਹਾਂ ਜਿਹੜਾ ਇਹ ਜੁੜਿਆ ਹੈਗਾ। ਜਨਰਲ ਹਰਬਖਸ਼ ਸਿੰਘ ਜਦੋਂ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਪਿੱਛੇ ਨਹੀਂ ਹਟਣਾ, ਉਹਨਾਂ ਦਾ ਜਵਾਬ ਸੀਗਾ ਮੈਂ ਆਪਣੇ ਧਾਰਮਿਕ ਸਥਾਨ ਤਰਨਤਾਰਨ ਅੰਮ੍ਰਿਤਸਰ ਛੱਡ ਕੇ ਬਿਆਸ ਦੇ ਪਿੱਛੇ ਕਿੱਦਾਂ ਆ ਜਾਵਾਂ। ਉਹ ਮਾਈ ਦਾ ਲਾਲ, ਉਹ ਜਰਨੈਲ ਜਿਹਨੇ ਕਿ ਜੇਕਰ ਕਿਤੇ ਉਹ ਆਰਡਰ ਮੰਨ ਲੈਂਦੇ ਪੰਜਾਬ ਦਾ ਨਹੀਂ ਬਲਕਿ ਦੇਸ਼ ਦਾ ਨਕਸ਼ਾ ਕੁਝ ਹੋਰ ਹੁੰਦਾ। ਤੇ ਇਸੇ ਤਰੀਕੇ ਨਾਲ ਜਨਰਲ ਜਗਜੀਤ ਸਿੰਘ ਅਰੋੜਾ ਨੇ ਉੱਥੇ ਜੋ ਪ੍ਰਦਰਸ਼ਨ ਕੀਤਾ, ਜੋ ਦਿਖਾਇਆ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਸਪੈਸ਼ਲਾਈਜ਼ਡ ਆਪਰੇਸ਼ਨ ਦੀ। ਭਾਵੇਂ ਆਰਮਰ ਟੈਂਕ 'ਚੋਂ ਕਿਤੇ ਲੋੜ ਪੈਂਦੀ ਹੈ, ਭਾਵੇਂ 에ਅਰਫੋਰਸ ਪਾਇਲਟ ਵਾਸਤੇ ਕਿਤੇ ਪਗੜੀ ਉਤਾਰ ਕੇ ਨਾਲ ਰੱਖ ਕੇ ਤੇ ਉੱਥੇ ਕਿਉਂਕਿ ਆਵਾਜ਼ਾਂ ਸੁਣਨੀਆਂ ਪੈਂਦੀਆਂ ਨੇ। ਸਪਲਿਟ ਸੈਕਟਰ ਕਾਲੋ ਸਾਹਿਬ ਸੁਣ ਤਾਂ ਲਓ ਨਾ। ਕਰਨਲ ਜੈਬੰਦ ਨੇ ਇੱਕ ਬਹੁਤ ਵਧੀਆ ਤਰਕ ਦਿੱਤਾ ਕਿ ਤੁਹਾਡਾ ਤੇ ਸਾਡਾ ਦੌਰ ਤਾਂ ਬਦਲ ਗਿਆ। ਹੁਣ ਜਿਹੜੇ ਦੌਰ ਵਿੱਚ ਅਸੀਂ ਰਹਿ ਰਹੇ ਹਾਂ ਉਦੋਂ ਹੈਡਗੇਅਰ ਦੀ ਲੋੜ ਹੈਗੀ ਹੈ। ਕਾਲੋ ਸਾਹਿਬ
ਕਿਤੇ ਸਾਡੇ ਉਹ ਕਹਿ ਰਹੇ ਆ ਤੁਹਾਡਾ ਤੇ ਸਾਡਾ ਦੌਰ ਹੁਣ ਬੀਤ ਚੁੱਕਿਆ 70 75 80 ਵਾਲਾ ਦੌਰ ਆ, ਉਹ ਬੀਤ ਚੁੱਕਿਆ ਬਿਲਕੁਲ ਠੀਕ ਹੈ। ਜਿਹੜੇ ਕਿ ਸਿੱਖ ਧਾਰਨਾ ਚ ਨਹੀਂ ਰੱਖਦੇ ਜਾਂ ਵਿਸ਼ਵਾਸ ਨਹੀਂ ਰੱਖਦੇ ਜਾਂ ਰੱਖਦੇ ਵੀ ਨੇ ਤੇ ਠੀਕ ਹੈ, ਕਦੀ ਪਗੜੀ ਪਹਿਨ ਲਈ ਕਦੀ ਟੋਪ ਪਹਿਨ ਲਿਆ, ਉਹ ਪਾਸੇ ਠੀਕ ਹੈ। ਪਰ ਜੋ ਕਿ ਜਿਨ੍ਹਾਂ ਦੀਆਂ ਭਾਵਨਾਵਾਂ ਜਜ਼ਬਾਤ ਜੁੜੇ ਨੇ ਜਾਂ ਜਿਨ੍ਹਾਂ ਦੇ ਪੋਥੇ ਧਰਮ ਆਜ਼ਾਦ ਦਿੰਦਾ ਔਰ ਧਰਮ ਦੀ ਗੱਲ ਤੇ ਅਲੱਗ ਹੋ ਗਈ। ਮੈਂ ਕਹਿੰਦਾ ਰੈਗੂਲੇਸ਼ਨ ਜਿੱਥੇ ਆਜ਼ਾਦ ਦਿੰਦੇ ਨੇ ਉੱਥੇ ਕਰਨਾ ਉਚਿਤ ਨਹੀਂ। ਪੁਰਾਣੀਆਂ ਗੱਲਾਂ ਪੁਰਾਣਾ ਇਤਿਹਾਸ ਬੜਾ ਜ਼ਰੂਰੀ ਹੈ। ਮੈਂ ਇੱਥੇ ਤੁਹਾਨੂੰ ਪੜ੍ਹ ਕੇ ਸੁਣਾ ਚਾਹੁੰਦਾ ਕਿ ਵੀ ਜੀ ਪ੍ਰਾਈਮ ਮਿਨਿਸਟਰ ਵਿੰਸਟਨ ਚਰਚਿਲ ਉਸ ਸਮੇਂ ਦਾ ਡਿਊਰਿੰਗ ਵਰਲਡ ਵਾਰ 2 he said British people are highly indebted and obliged to Sikhs for a long time. I know that ਉਹ ਲਿਖਦਾ ਇਤਿਹਾਸ ਦਰਜ ਹੈ। I know that within this century we needed their help twice and they did help us very well. As a result of their timely help, we are today able to live with honor, dignity and independence. ਅੱਜ ਵੀ 125 ਸਾਲ ਜੋ ਕਿ ਅਸੀਂ ਜੋ ਸਾਰਾ ਦੇ ਸ਼ਹੀਦਾਂ ਦੀ ਬਣਾ ਕੇ ਹਟੇ ਆ, ਉਹ ਬ੍ਰਿਟਿਸ਼ਰ ਤੇ ਅੱਜ ਵੀ ਉੱਠ ਕੇ ਸ਼ਰਧਾਂਜਲੀ ਨਹੀਂ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਆਨਰ ਉਹਨਾਂ ਦਾ ਡਿਗਨਿਟੀ ਉਹਨੂੰ ਅਸਰ ਪਊਗਾ ਇਸ ਤੇ ਜਿਹੜੀ ਗੱਲ ਤੁਸੀਂ ਕਰਦੇ ਪਏ ਉਹਨਾਂ ਦੇ ਆਨਰ ਤੇ ਉਹਨਾਂ ਦੀ ਡਿਗਨਿਟੀ ਤੇ ਅਸਰ ਪਊਗਾ ਜੇ ਲੋਟ ਟੋਪ ਪਾ ਲੈਣਗੇ ਤਾਂ? ਦੇਖੋ ਬ੍ਰਿਟਿਸ਼ਰ ਤੇ ਜੋ ਕਿ ਕਿਉਂਕਿ ਅਸੀਂ ਉਸ ਰਾਜ ਸਮੇਂ ਉਹਨਾਂ ਨਾਲ ਲੱਗ ਕੇ ਜੰਗ ਲੜੀਆਂ ਨੇ, ਉਹਦਾ ਕਿ ਉਹਨਾਂ ਦੇ ਜਿੰਨੀਆਂ ਵੀ ਪਲਟਨਾਂ ਰੇਜ਼ ਹੋ ਰਹੀਆਂ ਨੇ ਉਹਨਾਂ ਦੇ ਤੁਸੀਂ ਬ੍ਰਿਟਿਸ਼ ਦੇ ਆਸਟ੍ਰੇਲੀਆ ਦੇਖ ਲਓ, ਤੁਸੀਂ ਅਮਰੀਕਾ ਦੇਖ ਲਓ, ਉਹ ਸਾਰੇ ਸਿੱਖ ਨੇ ਸਾਬਤ ਸਰੂਪ ਨੇ। ਉਹ ਕਿਉਂ ਕਰ ਰਹੇ ਨੇ? ਕਿਉਂਕਿ ਉਹਨਾਂ ਨੂੰ ਪਤਾ ਉਹ ਦੇ ਨੋ ਇਹ ਕੈਸੇ ਦੀ ਸਟਰੈਂਥ ਜਿਹੜੀ ਆ ਜਿਹੜੀ ਗੱਲ ਕੀਤੀ ਹੈ ਉਹ ਪ੍ਰਾਈਮ ਮਿਨਿਸਟਰ ਕੀਤੀ ਅੱਜ ਵੀ ਲਾਗੂ ਹੈ। ਠੀਕ ਹੈ ਪੀਰਮਾ ਸਾਹਿਬ ਜਿਹੜਾ ਤੁਸੀਂ ਮੁੱਦਾ ਇਹ ਸਾਰਾ ਚੁੱਕਿਆ ਹੈ, ਤੁਸੀਂ ਆਪ ਮੁਹਾਰੇ ਇਹ ਚੀਜ਼ਾਂ ਸੋਚ ਸਮਝ ਕੇ ਚੁੱਕੀਆਂ ਜਾਂ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਕੰਪਲੇਂਟਸ ਆਈ ਸੀ ਜਾਂ ਤੁਸੀਂ ਕਿਸੇ ਨੂੰ ਜਾ ਕੇ ਮਿਲੇ ਆ ਜਿਹੜਾ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ ਜਾਂ ਆਰਮੀ ਦੇ ਵਿੱਚ ਹੈ ਤਾਂ ਤੁਸੀਂ ਇਹ ਮੁੱਦਾ ਚੁੱਕਿਆ? ਪੀਰਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬਹੁਤ ਸਾਰੀਆਂ ਈਮੇਲਜ਼, ਬਹੁਤ ਸਾਰੇ ਸਨੇਹ, WhatsApp ਸਨੇਹ, ਬਹੁਤ ਸਾਰੇ ਫੋਨ ਉਹਨਾਂ ਨੂੰ ਅਲੱਗ-ਅਲੱਗ ਖਾਸ ਕਰਕੇ ਫੌਜੀ ਜਵਾਨਾਂ ਵੱਲੋਂ ਆਉਣੇ ਸ਼ੁਰੂ ਹੋ ਗਏ ਕਿ ਸਾਡੇ ਉੱਪਰ ਜਬਰੀ ਟੋਪ ਪਹਿਨਾਉਣ ਲਈ ਇਹਨਾਂ ਨੇ ਆਰਡਰ ਦੇ ਦਿੱਤਾ। ਕੋਈ ਪਤਾ ਨਹੀਂ ਕੋਈ 12,000 17,000 ਲੋ ਟੋਪ ਜਿਹੜੇ ਉਹਨਾਂ ਦੇ ਇਹਨਾਂ ਨੇ ਆਰਡਰ ਦਿੱਤਾ ਕਿਸੇ ਕੰਪਨੀ ਨੂੰ ਤੇ ਉਹ ਕਹਿੰਦੇ ਜੀ ਕਿ ਇਸ ਨੂੰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਹਰ ਸਿੱਖ ਸਿਰ ਨਵਾਉਂਦਾ ਤੇ ਤੁਸੀਂ ਇਸ ਮਸਲੇ ਨੂੰ ਚੱਕੋ। ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਆਦੇਸ਼ ਦਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਜਿੰਨੇ ਵੀ ਸਿੱਖਾਂ ਨੂੰ ਕਿ ਤੁਸੀਂ ਭਾਈ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲਵੋ। ਭਾਰਤ ਦੇ ਵਿੱਚ ਜਿਹੜੀ ਭਾਰਤ ਸਰਕਾਰ ਹੈ ਉਹਦੇ ਨਾਲ ਇਹ ਮਸਲਾ ਉਠਾਓ ਤੇ ਇਹਦਾ ਜਿਹੜਾ ਹੈ ਇਹ ਪੱਕਾ ਹੱਲ ਕੱਢੋ। ਕਿਉਂਕਿ ਤੁਸੀਂ ਦੇਖੋ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਗੱਲ ਜਦੋਂ ਜੰਜੂ ਪਾਉਣ ਦੀ ਜਬਰੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਉਸ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਦੂਸਰੇ ਧਰਮ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦੇ ਦਿੱਤੀ ਕਿ ਇਹਨਾਂ ਦੇ ਜੰਜੂ ਲਾਏ ਕਿਉਂ ਜਾ ਰਹੇ ਆ, ਜਬਰੀ ਲਾਏ ਕਿਉਂ ਜਾ ਰਹੇ ਆ। ਇਸ ਕਰਕੇ ਸਾਡੇ ਗੁਰੂ ਪਾਤਸ਼ਾਹ ਨੇ ਜਿਹੜਾ ਸਾਨੂੰ ਹੁਕਮ ਕੀਤਾ ਜੇ ਤਾਂ ਅਸੀਂ ਜੰਗ ਦੇ ਵਿੱਚ ਕਿਤੇ ਪਿੱਠ ਦਿਖਾਈ ਹੋਵੇ, ਜੇ ਅਸੀਂ ਜੰਗ ਦੇ ਵਿੱਚ ਕੋਈ ਕਿਤੇ ਪਿੱਛੇ ਹਟੇ ਹੋਈਏ ਫਿਰ ਤਾਂ ਸਾਨੂੰ ਕਹਿਣ, ਜਾਂ ਕਿਸੇ ਨੇ ਕੰਪਲੇਂਟ ਕੀਤੀ ਹੋਵੇ ਕਿਸੇ ਫੌਜੀ ਸਿੱਖ ਜਵਾਨ ਨੇ ਕਿ ਇੱਕ ਵੀ ਕੰਪਲੇਂਟ ਆਈ ਹੋਵੇ ਕਿ ਸਾਨੂੰ ਜੀ ਤੁਸੀਂ ਟੋਪ ਦਿਓ ਜੀ ਤਾਂ ਸਾਨੂੰ ਸਾਡੀ ਜਾਨ ਦੀ ਹਿਫਾਜ਼ਤ ਹੋਵੇਗੀ। ਦੂਸਰੀ ਮੇਨ ਗੱਲ ਇਹ ਕਿ ਜਿਹੜੀ ਹੁਣ ਸੰਸਾਰ ਜੰਗ ਲੱਗਣ ਦੀ ਕੋਈ ਸੰਭਾਵਨਾ ਹੈ ਜਾਂ ਆਉਣ ਵਾਲੇ ਸਮੇਂ ਜਿਵੇਂ 1925 ਦੇ ਵਿੱਚ ਗੱਲ ਕੀਤੀ ਹੈ ਅਮਰੀਕਾ ਦੇ ਵੀ ਇੱਕ ਰਾਸ਼ਟਰਪਤੀ ਨੇ ਔਰ ਇਧਰ ਚਾਈਨਾ ਦੇ ਵੱਲ ਪਾਸਿਓਂ ਵੀ ਕਿ ਵਰਲਡ ਵਾਰ ਵੀ ਲੱਗਣ ਦੀ ਸੰਭਾਵਨਾ ਬਣ ਸਕਦੀ ਹੈ ਜਾਂ ਕੋਈ ਕਿਸੇ ਦੇਸ਼ ਨਾਲ ਜੰਗ ਲੱਗਦੀ ਹੈ ਤਾਂ ਤੁਸੀਂ ਦੇਖੋ ਕਿ ਉਹਦੇ ਤਾਂ ਤੋਪਾਂ, ਉਹਦੇ ਵਿੱਚ ਤਾਂ ਰਾਕਟ, ਉਸ ਦੇ ਵਿੱਚ ਤਾਂ ਜਿਹੜਾ ਅੱਜ ਕੱਲ ਜਿਵੇਂ ਹੁਣ ਪਰਮਾਣੂ ਹਰ ਇੱਕ ਨੇ ਪਰਮਾਣੂ ਜੰਗ ਲਾਉਣ ਤੋਂ ਭਾਵੇਂ ਪਿੱਛੇ ਨਹੀਂ ਹਟ ਰਹੇ ਲੇਕਿਨ ਉਹਦੇ ਉੱਤੇ ਦਬਕੇ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਆ। ਉਹਦੇ 'ਚ ਜਿਹੜੀਆਂ ਇਹ ਛੋਟੀਆਂ ਗੱਲਾਂ ਜਿਹੜੀਆਂ ਪਹਿਲਾਂ ਹੁੰਦੀਆਂ ਰਹੀਆਂ ਉਹ ਗੱਲ ਨਹੀਂ ਹੋਣੀ। ਚਲੋ ਤੁਹਾਡਾ ਸਵਾਲ ਹੀ ਮੈਂ ਅੱਗੇ ਵਧਾਉਂਗਾ ਪੀਰਮਾ ਸਾਹਿਬ। ਜਿਹੜਾ ਸਵਾਲ ਤੁਸੀਂ ਚੁੱਕਿਆ ਨਾ, ਜਿਹੜਾ ਸਵਾਲ ਤੁਸੀਂ ਚੁੱਕਿਆ ਪੀਰਮਾ ਸਾਹਿਬ, ਮੈਂ ਇਸੇ ਸਵਾਲ ਨੂੰ ਵਾਪਸ ਲੈ ਕੇ ਆ ਰਿਹਾ। ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹ ਸਵਾਲ ਕਰਨਲ ਜੈਬੰਦ ਸਿੰਘ ਖਾਰਾ ਤੋਂ ਜ਼ਰੂਰ ਪੁੱਛਾਂਗੇ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਲੋ ਟੋਪ ਦਾ ਫੈਸਲਾ ਹੋਵੇਗਾ ਰੱਦ, ਇਹ ਅੱਜ ਦਾ ਮੁੱਦੇ ਵਿੱਚ ਅਸੀਂ ਪੁੱਛ ਰਹੇ ਹਾਂ। ਕਰਨਲ ਜੈਬੰਦ ਸਿੰਘ, ਬਹੁਤ ਸੰਖੇਪ ਵਿੱਚ ਮੈਨੂੰ ਜੇ ਤੁਸੀਂ ਜਵਾਬ ਦੇ ਸਕੋ ਤਾਂ
ਬ੍ਰਿਗੇਡੀਅਰ ਕਾਲੋ ਨੇ ਵੀ ਇਹ ਪੁੱਛਿਆ ਡਾਟੇ ਵਾਲਾ ਸਵਾਲ, ਤੇ ਕਰਨੈਲ ਸਿੰਘ ਪੀਰ ਅਹਿਮਦ ਵੀ ਇਹ ਸਵਾਲ ਪੁੱਛ ਰਿਹਾ ਵੀ ਇਹ ਰਿਕੁਆਇਰਮੈਂਟ ਹੈ ਜਿਹੜੀ ਉਹ ਫੌਜੀ ਜਵਾਨਾਂ ਨੇ ਆਪ ਤੁਹਾਡੇ ਅੱਗੇ ਰੱਖੀ ਜਾਂ ਆਪ ਆਪਦੇ ਕਮਾਂਡਰ ਅੱਗੇ ਰੱਖੀ ਪਈ ਸਾਨੂੰ ਲੋ ਟੋਪ ਚਾਹੀਦੇ ਆ ਜਾਂ ਸਾਨੂੰ ਹੈਲਮਟ ਜਾਂ ਹੈਡਗੇਅਰ ਚਾਹੀਦੇ ਆ, ਇਹਦਾ ਡਾਟਾ ਕੋਈ ਪ੍ਰੋਵਾਈਡ ਹੋ ਸਕਦਾ ਹੈ ਜਾਂ ਇਹ ਸ਼ੇਅਰ ਨਹੀਂ ਕੀਤਾ ਜਾ ਸਕਦਾ? ਕਰਨਲ ਜੈਵਲ ਸਿੰਘ। ਹਾਂਜੀ, ਪਹਿਲੀ ਗੱਲ ਤੇ ਜਿਹੜੀ ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਬਹੁਤ ਸਾਰੀਆਂ ਈਮੇਲਸ ਤੇ ਮੈਸੇजेस ਆਏ ਸੀਗੇ ਸਾਡੇ ਮਾਨਯੋਗ ਜਥੇਦਾਰ ਅਕਾਲ ਤਖਤ ਜੀ ਨੂੰ, ਜਿਹਦੇ ਸਿਰ ਦੇ ਉੱਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਸਟੇਟਮੈਂਟ ਤੁਸੀਂ ਸੁਣ ਲਓ। ਉਹਨਾਂ ਨੇ ਕਿਸੇ ਈਮੇਲ ਤੇ ਕਿਸੇ ਵੀ ਫੌਜੀ ਦੇ ਕੋਲੋਂ ਆਈ ਹੋਈ ਇੱਕ ਰਿਕੁਐਸਟ ਬਾਰੇ ਕੋਈ ਗੱਲ ਨਹੀਂ ਕੀਤੀ। ਉਹ ਗੱਲ ਕਰ ਰਹੇ ਨੇ ਕਿ ਮੈਂ ਮੀਡੀਆ ਤੋਂ ਸੁਣਿਆ ਕਿ ਇਹ ਚੀਜ਼ਾਂ ਖਰੀਦੀਆਂ ਜਾ ਰਹੀਆਂ ਨੇ। ਤੇ ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਹ ਮੀਡੀਆ ਗੱਲ ਕਿੰਨੇ ਜਥੇਦਾਰ ਸਾਹਿਬ ਕਿਸੇ ਦੀ ਨੌਕਰੀ ਨੂੰ ਖਤਰੇ 'ਚ ਪਾਉਣਾ ਚਾਹਣਗੇ ਜੀ? ਨਹੀਂ, ਖਤਰੇ 'ਚ ਨਹੀਂ ਪਾਣਾ। ਦੇਖੋ ਕਿਸੇ ਦਾ ਨਹੀਂ ਕਰਨਲ ਸਾਹਿਬ ਇੱਕ ਮਿੰਟ ਪੀਰ ਸਾਹਿਬ, ਕਰਨਲ ਸਾਹਿਬ ਸਿੱਧਾ ਸਵਾਲ ਹੈ। ਕਰਨਲ ਸਾਹਿਬ ਸੁਣ ਤਾਂ ਲਓ ਨਾ, ਕਰਨਲ ਸਾਹਿਬ ਸੁਣ ਲਓ। ਕਰਨਲ ਸਾਹਿਬ ਤੁਸੀਂ ਡਾਟਾ ਦੱਸਣ ਨੂੰ ਤਿਆਰ ਨਹੀਂ, ਤੁਹਾਨੂੰ ਉਹਨਾਂ ਤੋਂ ਡਾਟਾ ਚਾਹੀਦਾ ਕਰਨਲ ਸਾਹਿਬ? ਨਹੀਂ ਡਾਟਾ ਦੇਖੋ, ਆਰਮੀ ਦੇ ਕੋਲ ਅਗਰ ਡਾਟਾ ਹੈ ਤੇ ਆਰਮੀ ਦੇਗੀ। ਉਹਦੇ ਵਿੱਚ ਉਹ ਮੈਂ ਉਸ ਡਾਟੇ ਦੇ ਉੱਤੇ ਪ੍ਰੀਵੀ ਨਹੀਂ ਤੁਹਾਨੂੰ ਲੱਗਦਾ ਕਰਨਲ ਸਾਹਿਬ ਤੁਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹੋ? ਅੱਛਾ, ਮੈਂ ਤੁਹਾਨੂੰ ਜਵਾਬ ਦੇ ਰਿਹਾ। ਇੱਕ ਮਿੰਟ ਕਰਨਲ ਸਾਹਿਬ ਮੇਰੀ ਗੱਲ ਸੁਣੋ, ਮੈਂ ਤੁਹਾਡੀ ਗੱਲ ਟੋਕ ਰਿਹਾ। ਇੱਕ ਗੱਲ ਬੜੀ ਜ਼ਰੂਰੀ ਕਰਨੀ ਚਾਹਣਾ ਕਿ ਭਾਰਤੀ ਫੌਜ ਦੇ ਵਿੱਚ ਸਿੱਖ ਫੌਜੀਆਂ ਦਾ ਤਕਰੀਬਨ 300 ਤੋਂ ਵੱਧ ਸਿੱਖ ਫੌਜੀਆਂ ਨੂੰ ਫੌਜੀ ਵਰਦੀ ਦੇ ਵਿੱਚ ਜਿੰਦਾ ਜਲਾ ਦਿੱਤਾ ਗਿਆ। ਅਸੀਂ ਸਾਰਾ ਡਾਟਾ ਭਾਰਤੀ ਫੌਜ ਨੂੰ ਦਿੱਤਾ। ਆ ਬ੍ਰਿਗੇਡੀਅਰ ਕਰਨਲ ਕਾਲੋ ਬੈਠੇ ਨੇ, ਕਿੰਨੇ ਅਸੀਂ ਲੈਫਟੀਨੈਂਟ ਜਨਰਲ ਕਰਤਾਰ ਸਿੰਘ ਨੂੰ ਨਾਲ ਬਿਠਾਇਆ ਔਰ ਕਿੰਨੇ ਆਪਣੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਜਿਹੜੀ ਸਿੱਖ ਬ੍ਰਦਰ ਜਿਹੜੀ ਵੁੱਡ ਜਿਹੜੀ ਇਹਨਾਂ ਦੀ ਸੰਸਥਾ ਬਣੀ ਹੋਈ ਹੈ ਉਹਨਾਂ ਨੂੰ ਨਾਲ ਲੈ ਕੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਔਰ ਭਾਰਤੀ ਫੌਜ ਵੱਲੋਂ ਇੱਕ ਬਿਆਨ ਵੀ ਆਇਆ ਕਿ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਾਵਾਂਗੇ। 1984 ਨਵੰਬਰ ਦੀ ਗੱਲ ਹੈ ਤੇ ਅੱਜ 2023 ਆ ਗਿਆ ਹੈ ਤੇ ਉਹ ਜਿਹੜੇ ਭਾਰਤੀ ਫੌਜ ਦੇ ਸਿੱਖ ਜਵਾਨ ਜਿਹੜੇ ਆ ਉਹ ਗੱਡੀਆਂ ਚੋਂ ਕੱਢ ਕੇ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਉਹਨਾਂ ਨੂੰ ਜਿੰਦਾ ਜਲਾਇਆ। ਉਹਦੇ ਉੱਤੇ ਕਿਉਂ ਨਹੀਂ ਤੁਸੀਂ ਗੱਲ ਕਰ ਰਹੇ? ਉਹ ਜਿਹੜੇ ਸਿੱਖ ਫੌਜੀ ਜਿੰਦਾ ਜਲਾ ਦਿੱਤੇ ਗਏ ਔਰ ਉਹਨਾਂ ਦਾ ਕਸੂਰ ਕੀ ਸੀ? ਉਹ ਭਾਰਤੀ ਫੌਜ ਦਾ ਜਿਹੜਾ ਉਹਨਾਂ ਨੇ ਵਰਦੀ ਪਹਿਨੀ ਹੋਈ ਸੀ ਤੇ ਉਹ ਭਾਰਤੀ ਫੌਜ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਇਨਸਾਫ ਮਿਲਦਾ। ਪੀਰ ਮਸਾ ਤੁਹਾਡਾ ਸਵਾਲ ਆ ਗਿਆ। ਕਰਨਲ ਜੈਵਲ ਸਿੰਘ ਕਰਨਲ ਸਾਹਿਬ ਗੱਲ ਡਾਟਾਬੇਸ ਦੀ ਹੋਈ ਹੈ। ਮੈਂ ਇਸ ਮੁੱਦੇ ਤੇ ਰਹਿਣਾ ਚਾਹੁੰਦਾ, ਉਸ ਮੁੱਦੇ ਤੇ ਮੈਂ ਵੱਖਰੀ ਡਿਬੇਟ ਕਰ ਲੂੰਗਾ। ਬਹੁਤ ਵੱਡਾ ਇਸ਼ੂ ਹੈ ਜਿਹੜਾ ਪੀਰ ਮਸਾ ਸਾਹਿਬ ਚੁੱਕਦੇ ਪਏ ਆ। ਕਰਨਲ ਸਾਹਿਬ ਮੇਰਾ ਸਵਾਲ ਬੜਾ ਸਿੱਧਾ ਹੈ ਕਿ ਡਾਟਾਬੇਸ ਹੈ ਤੁਹਾਡੀ ਨੌਲੇਜ ਵਿੱਚ ਹੈ, ਉੱਥੇ ਜਵਾਨਾਂ ਨੇ ਆਪ ਡਿਮਾਂਡ ਕੀਤੀ ਹੈ ਸਾਨੂੰ ਲੋ ਟੋਪ ਚਾਹੀਦਾ ਜਾਂ ਆਰਮੀ ਕਮਾਂਡਰਾਂ ਨੇ ਆਪ ਫੈਸਲਾ ਕੀਤਾ ਕਿ ਇਹ ਜ਼ਰੂਰਤ ਹੈ ਅੱਜ ਦੇ ਦੌਰ ਵਿੱਚ? ਕਰਨਲ ਸਾਹਿਬ ਸਿੱਧਾ ਸਵਾਲ ਸਰ। ਇਹਦੇ ਵਾਸਤੇ ਜਿਹੜਾ ਹੈ ਨਾ ਕੇਪੀ ਸਿੰਘ ਜੀ ਬੜਾ ਲੰਬਾ ਪ੍ਰੋਸੀਜਰ ਹੁੰਦਾ ਹੈ। ਇੱਕ ਪਰਸਪੈਕਟਿਵ ਪਲੈਨਿੰਗ ਡਿਪਾਰਟਮੈਂਟ ਹੁੰਦੀ ਹੈ। ਉਹ ਡਿਪਾਰਟਮੈਂਟ ਜਿਹੜਾ ਫਿਊਚਰਿਸਟਿਕ ਸੋਲਜਰ ਹੈ ਉਹਨੇ ਕਿਸ ਤਰੀਕੇ ਦੀ ਇਕਵਿਪਮੈਂਟ ਦੇ ਨਾਲ ਲੜਾਈ ਕਰਨੀ ਹੈ ਉਹ ਉੱਥੇ ਡਿਸਾਈਡ ਹੁੰਦਾ ਹੈ। ਉਹ ਫਿਰ ਜਿਹੜਾ ਯੂਨਿਟ ਤੇ ਬਚ ਜਾਂਦਾ ਹੈ, ਯੂਨਿਟ ਦੇ ਵਿੱਚ ਜਵਾਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹਦੇ ਬਾਅਦ ਡਿਸੀਜਨ ਹੋ ਕੇ ਤੇ ਫਿਰ ਉਹ ਗਵਰਨਮੈਂਟ ਦੇ ਕੋਲ ਜਾਂਦਾ ਹੈ ਖਰੀਦਣ ਦੇ ਵਾਸਤੇ। ਠੀਕ ਹੈ ਕਰਨਲ ਸਾਹਿਬ। ਹਰ ਇਕਵਿਪਮੈਂਟ ਦੇ ਵਿੱਚ ਪੂਰੀ ਆਰਮੀ ਜਿਹੜੀ ਹੈ ਉਹ ਕੀ ਕਹਿੰਦੇ ਨੇ ਇਨਵੋਲਵ ਹੁੰਦੀ ਹੈ। ਉਹਦੇ ਬਾਅਦ ਉਹਦੇ ਥੋੜੇ ਆਉਂਦੇ ਨੇ, ਥੋੜੇ ਹਿੱਸੇ ਆਉਂਦੇ ਨੇ, ਉਹਨਾਂ ਨੂੰ ਚੈੱਕ ਕੀਤਾ ਜਾਂਦਾ, ਵੈਲੀਡੇਟ ਕੀਤਾ ਜਾਂਦਾ। ਕਰਨਲ ਸਾਹਿਬ ਉਹਦੇ ਬਾਅਦ ਫਿਰ ਉਹ ਇੰਡਕਟ ਹੁੰਦੀ ਹੈ। ਠੀਕ ਹੈ। ਬ੍ਰਿਗੇਡੀਅਰ ਕਾਲੋ ਮੈਂ ਇੱਕ ਡਾਟਾ ਵਾਲਾ ਸਵਾਲ ਤੁਹਾਡੇ ਵਾਲਾ ਵੀ ਤੇ ਪੀਰ ਮਸਾ ਵਾਲਾ ਵੀ ਇਹਨਾਂ ਨੂੰ ਪੁੱਛ ਲਿਆ। ਉਹ ਕਹਿੰਦੇ ਵੀ ਉਹ ਸਾਰਾ ਇੱਕ ਪ੍ਰੋਸੀਜਰ ਹੁੰਦਾ, ਤੁਹਾਨੂੰ ਵੀ ਪਤਾ ਹੋਊਗਾ। ਬ੍ਰਿਗੇਡੀਅਰ ਕਾਲੋ ਮੇਰਾ ਸਵਾਲ ਇਹ ਹੈ ਕਿ ਜੇ ਉੱਥੇ ਕਿਸੇ ਸਾਬਤਸੂਰਤ ਸਿੱਖ ਨੇ ਇਹ ਲੋ ਟੋਪ ਪਾਉਣ ਤੋਂ ਮਨਾ ਕਰਤਾ ਜਦੋਂ ਇਹ ਫੈਸਲਾ ਪੂਰਾ ਜ਼ਮੀਨ ਤੇ ਉਤਰ ਗਿਆ, ਤੇ ਇਹ ਕੀਤਾ ਜਾ ਸਕਦਾ ਜਾਂ ਨਹੀਂ ਕਰਨਾ ਚਾਹੀਦਾ? ਕਿਉਂਕਿ ਬਹੁਤ ਡਿਸਪਲਿਨ ਫੌਜ ਹੁੰਦੀ ਹੈ ਇਹ। ਮੈਂ ਇਹ ਸਵਾਲ ਨਹੀਂ ਪੁੱਛਣਾ ਚਾਹੁੰਦਾ ਸੀਗਾ ਪਰ ਇਹ ਸਵਾਲ ਮੇਰੇ ਅੱਗੇ ਇਸ ਕਰਕੇ ਆ ਰਿਹਾ ਕਿਉਂਕਿ ਜੋ ਤੁਸੀਂ ਇਹਨੂੰ ਧਰਮ ਦਾ ਮੁੱਦਾ, ਆਸਥਾ ਦਾ ਮੁੱਦਾ ਬਣਾ ਕੇ ਰੱਖੋਗੇ ਤਾਂ ਮੈਨੂੰ ਇਹ ਸਵਾਲ ਪੁੱਛਣਾ ਪਊਗਾ। ਬ੍ਰਿਗੇਡੀਅਰ ਕਾਲੋ ਉਹ ਗੱਲ ਇਹ ਵੇ ਕਿ ਇੱਥੇ ਇੱਕ ਆਰਮੀ ਐਕਟ ਕਰਨਲ ਜੈਵਲ ਜਾਣਦੇ ਨੇ, ਆਰਮੀ ਐਕਟ ਸੈਕਸ਼ਨ 3 ਹੈ 63, ਉਹਦੇ ਅੰਡਰ ਵਾਇਲੇਸ਼ਨ ਆਫ ਗੁੱਡ ਆਰਡਰ ਮਿਲਟਰੀ ਡਿਸਪਲਿਨ ਕੁਝ ਵੀ ਲਾ ਕੇ ਉਹਨੂੰ ਰੱਖ ਦਿਓ ਬਗੈਰ ਉਹਦਾ ਹੱਕ ਹਾਸਲ ਹੈ ਹੁਣ ਤੇ ਉਹ ਸੁਪਰੀਮ ਕੋਰਟ ਤੱਕ ਚਲੇ ਜਾਂਦੇ ਨੇ। ਔਰ ਇੱਕ ਸਾਈਕਲ ਔਰ ਰੇਸ ਦੇ ਵਿੱਚ ਉਹਨੂੰ ਕਿਹਾ ਸੀ ਕਿ ਪਗੜੀ ਉਤਾਰ ਕੇ ਪਟਕਾ ਪਹਿਨੋ, ਉਹਦਾ ਕੇਸ ਤੇ ਹਾਲ ਤੱਕ ਚੱਲ ਰਿਹਾ ਨਹੀਂ। ਬ੍ਰਿਗੇਡੀਅਰ ਕਾਲੋ ਸੁਣ ਤਾਂ ਲਓ ਨਾ, ਬ੍ਰਿਗੇਡੀਅਰ ਕਾਲੋ ਸੁਣ ਲਓ ਨਾ ਕਿ ਇਸ ਮਾਮਲੇ ਨੂੰ ਕੋਰਟ ਵਿੱਚ ਲਿਜਾਇਆ ਜਾ ਸਕਦਾ ਹੈ ਜਾਂ ਤੁਹਾਨੂੰ ਲੱਗਦਾ ਕਿ ਕੋਰਟ ਵਿੱਚ ਮਾਮਲਾ ਲਟਕ ਜੂਗਾ? ਨਹੀਂ ਕੋਰਟ ਦਾ ਉਹ ਸੈਪਰੇਟ ਇਸ਼ੂ। ਕੋਰਟ ਦਾ ਹਾਲੇ ਤੁਸੀਂ ਗੱਲ ਕਰਦੇ ਹੋ ਫੌਜ ਦੇ ਵਿੱਚ ਰਹਿੰਦੇ ਹੋਇਆ, ਜੇਕਰ ਇਹਨੂੰ ਕੰਪਲਸ਼ਨ ਉਹ 'ਚ ਬੜਾ ਮੈਂ ਉਹ ਦੇਖਿਆ ਉਹਨੂੰ
ਉਹ 'ਚ ਕਾਫੀ ਕੰਪਲਿਕੇਸ਼ਨ ਇੰਪਲੀਕੇਸ਼ਨ ਹੈ ਨਾਲ ਸਿੱਖ ਧਰਮ ਦੀਆਂ ਰਵਾਇਤਾਂ ਰਸਮਾਂ ਸਭ ਕੁਝ ਨਾਲ ਜੁੜਿਆ ਉਹਦੇ ਵਿੱਚ ਮੈਂ ਗੱਲ ਕਰਕੇ ਹਟਿਆ ਪਹਿਲਾਂ ਦੱਸ ਕੇ ਹਟਿਆ कि किस तरीके ਨਾਲ ड्रैस होगी किस तरीके ਨਾਲ होगा पीटी ड्रैस क्या होगी बैटल ड्रैस क्या होगी मैं गल कहना चाਹੁੰਦਾ कि जेकर ਇਹੋ ਜਿਹੀ ਗੱਲ ਸਥਿਤੀ ਆ ਜਾਂਦੀ ਹੈ ਤੇ ਉਹਦੇ ਉੱਤੇ ਦੇਖੋ ਕਿੰਤੂ ਪਰੰਤੂ ਹੋਣਗੇ ਉਹਦੇ ਪਿੱਛੇ ਜਿਹੜੇ ਆ ਕਿ ਉੱਥੇ ਤੇ ਸਿੱਖ ਰੈਜੀਮੈਂਟ ਨਾਲ ਇਹਨਾਂ ਹੁਣ ਮਿਕਸ ਕਰਨ ਦੀ ਗੱਲ ਕੀਤੀ ਹੈ ਉਹ ਵੀ ਵਿੱਚ ਆਊਗਾ ਪੁਆਇੰਟ ਉਹ 'ਚ ਕੋਈ ਸ਼ੱਕ ਨਹੀਂ ਉਹ ਪੀਰ ਮੁਹੰਮਦ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਮੇਰੇ ਕੋਲ 2 ਫਾਈਲਾਂ ਨੇ ਜਿਹੜੇ ਸਿੱਖ ਫੌਜੀਆਂ ਨੂੰ ਦਸਤਾਰਧਾਰੀਆਂ ਨੂੰ ਉਹ ਗੱਡੀਆਂ 'ਚ ਉਤਾਰ ਧੜ ਕੇ ਮਾਰਿਆ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਮੈਂ ਵੀ ਇਹਨਾਂ ਨਾਲ ਜੁੜਿਆ ਰਿਹਾ ਉਹਨਾਂ ਦੀ ਆਵਾਜ਼ ਕਿਹਨੇ ਪੁੱਛੀ ਹੈ ਜਾ ਕੇ ਇਹ ਇਹਨਾਂ ਨੇ ਪੁੱਛੇ ਜਾ ਕੇ ਉਹਨਾਂ ਨੇ ਮੁਕੱਦਮੇ ਲੜ ਕੇ ਉਹਨਾਂ ਦੇ ਪਰਿਵਾਰਾਂ ਨੂੰ ਗੁੰਮਸੁੰਮ ਹੋ ਗਏ ਸਨ ਕੌਣ ਉਹਨਾਂ ਨੇ ਕਿਸੇ ਨੇ ਪੁੱਛਿਆ ਇਸ ਕਰਕੇ ਜੇਕਰ ਆਪਣੀ ਵੱਖਰੀ ਪਹਿਚਾਣ ਜੋ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਉਹਦੇ ਨਾਲ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ ਔਰ ਅਗਰ ਕਿਸੇ ਨੂੰ ਇਤਰਾਜ਼ ਆ ਮੈਂ ਕਹਿੰਦਾ ਇਹ ਤੇ ਮੁੜ ਤੋਂ ਵਿਚਾਰ ਕੀਤੀ ਜਾਏ ਇਹ ਡੇਟਾ ਜ਼ਰੂਰ ਲਿਆ ਜਾਏ ਅੱਗੇ ਤੁਸੀਂ ਆ ਹੁਣ ਮੈਂ ਗੱਲ ਕਰਦਾ ਹੁਣ ਇਲਤਵਾਂਗ 'ਚ ਉੱਥੇ ਦੱਸੋ ਉੱਥੇ ਤਾਂ ਖੈਰ ਕੋਈ ਇੰਨੀ ਕੋਈ ਗੱਲ ਹੋਈ ਨਹੀਂ ਮਗਰ ਗਲਵਾਨ ਘਾਟੀ 'ਚ ਆਪਣੇ ਵੀ ਸ਼ਹੀਦ ਹੋਏ 4 ਕੇ 5 ਅੱਛਾ ਉਹਨਾਂ 'ਚ ਕਿਸੇ ਨੂੰ ਸਿਰ ਤੇ ਸੱਟ ਲੱਗੀ ਠੀਕ ਕਰਨਾ ਜਵਾਬ ਦੇ ਦੇ ਠੀਕ ਕਰਨਾ ਜੈਬਲ ਸਿੰਘ ਕੀ ਕਿਸੇ ਵਿਦੇਸ਼ੀ ਫੌਜ ਦੇ ਵਿੱਚ ਜਿੱਥੇ ਸਿੱਖ ਸ਼ਾਮਲ ਹੈ ਉਹਨਾਂ ਦੀ ਫੌਜ ਦੇ ਵਿੱਚ ਉੱਥੇ ਇਹ ਰੂਲ ਰੈਗੂਲੇਸ਼ਨ ਉੱਥੇ ਲਾਗੂ ਹੈ ਸਰ ਹੈਡਗੇਅਰ ਵਾਲਾ 100% 100% ਹਾਂ ਉੱਥੇ ਤੇ ਉਹ ਤੁਹਾਨੂੰ ਇਹ ਵੀ ਨਹੀਂ ਦਿੰਦੇ ਆਪਸ਼ਨ ਵੀ ਨਹੀਂ ਦਿੰਦੇ ਨੇ ਕਿ ਤੁਸੀਂ ਪਾਣੀ ਤੇ ਪਾਓ ਤੇ ਨਾ ਪਾਣੀ ਤੇ ਨਾ ਪਾਓ ਜੋ ਵੀ ਬੰਦਾ ਉੱਥੇ ਜਾਂਦਾ ਵਾਰ ਦੇ ਵਾਸਤੇ ਉਹਨੂੰ ਕੈਵਲਾਰ ਹੈਡਗੇਅਰ ਪਾ ਕੇ ਹੀ ਜਾਣਾ ਪੈਂਦਾ ਕਿਉਂਕਿ ਉਹ ਸਾਡੇ ਕੋਲੋਂ ਬਹੁਤ ਐਡਵਾਂਸ ਨੇ ਕੋਈ ਐਗਜ਼ਾਮਪਲ ਦੇ ਸਕਦੇ ਹੋ ਕਿਹੜੇ ਕੰਟਰੀ ਦੇ ਵਿੱਚ ਲਾਗੂ ਹੈ ਕਰਨਾ ਸਾਹਿਬ ਕੋਈ ਐਗਜ਼ਾਮਪਲ ਦੇ ਸਕਦੇ ਹੋ ਕਿਹੜੇ ਕੰਟਰੀ ਦੇ ਵਿੱਚ ਲਾਗੂ ਹੈ ਜਿੱਥੇ ਸਾਬਤ ਸੂਰਤ ਸਿੱਖ ਇਹ ਲੋ ਟੋਪ ਪਾਉਂਦਾ ਹੈਡਗੇਅਰ ਪਾਉਂਦਾ ਸਿੱਖਾਂ ਨੇ ਤਾਂ ਲੜ ਕੇ USA UK ਇੱਕ ਮਿੰਟ ਪੀਰ ਮਸਾ ਆ ਰਿਹਾ ਤੁਹਾਡੇ ਕੋਲ ਆ ਰਿਹਾ ਰਸ਼ੀਆ ਇਹ ਸਾਰੇ ਜਿਹੜੇ ਨੇ ਕੈਵਲਾਰ ਹੈਡਗੇਅਰ ਦੇ ਨਾਲ ਹੀ ਚੱਲਦੇ ਨੇ USA ਦੇ ਵਿੱਚ ਤੇ ਬੰਦਾ ਇਹਦੇ ਬਗੈਰ ਬਾਹਰ ਨਿਕਲਦਾ ਹੀ ਨਹੀਂ ਠੀਕ ਹੈ ਪੀਰ ਮਸਾ ਫਿਰ ਠੀਕ ਹੈ ਕਰਨਾ ਸਾਹਿਬ ਠੀਕ ਹੈ ਤੁਹਾਡਾ ਆਰਗੂਮੈਂਟ ਆ ਗਿਆ ਪੀਰ ਮਸਾ ਸਾਹਿਬ ਕਰਨਾ ਜੈਬਲਸ ਕਹਿੰਦੇ ਆ ਕਿ ਉੱਥੇ ਵੀ ਸਿੱਖ ਉਹਨਾਂ ਦੀ ਫੌਜ ਦੇ ਵਿੱਚ ਸ਼ਾਮਲ ਹੈਗੇ ਆ ਉੱਥੇ ਇਹ ਰੂਲ ਲਾਗੂ ਹੈ ਪੀਰ ਮਸਾ ਤੁਸੀਂ ਦੇਖੋ ਜੀ ਤੁਸੀਂ ਡਿਬੇਟ ਦੇ ਵਿੱਚ ਉੱਥੋਂ ਅਮਰੀਕਾ ਤੋਂ ਸ਼ਾਮਲ ਕਰ ਲਿਓ ਅਗਲੀ ਡਿਬੇਟ 'ਚ ਕੈਨੇਡਾ ਤੋਂ ਕਰ ਲਿਓ ਈਵਨ ਫਰਾਂਸ ਨੇ ਪਿੱਛੇ ਜੇ ਇੱਕ ਰੂਲ ਬਣਾਇਆ ਸੀ ਕਿ ਤੁਹਾਨੂੰ ਪਟਕਾ ਜਿਹੜਾ ਆਪਣੀ ਦਸਤਾਰ ਲਾਉਣੀ ਪਵੇਗੀ ਉੱਥੇ ਇਹ ਸਿੱਖਾਂ ਨੇ ਉਹ ਲੜਾਈ ਅਜੇ ਤੱਕ ਲੜ ਰਹੇ ਨੇ ਔਰ ਇੱਥੇ ਇਟਲੀ ਦੇ ਵਿੱਚ ਅਲੱਗ-ਅਲੱਗ ਯੂਰਪ ਕੰਟਰੀਆਂ ਦੇ ਵਿੱਚ ਸਿੱਖਾਂ ਨੇ ਆਪਣੀ ਆਜ਼ਾਦੀ ਦਸਤਾਰ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਤੇ ਉੱਥੇ ਬਹੁਤ ਥਾਵਾਂ ਦੇ ਉੱਤੇ ਉਹਨਾਂ ਨੂੰ ਦਸਤਾਰ ਦੀ ਆਜ਼ਾਦੀ ਮਿਲੀ ਹੈ ਸੋ ਤੁਸੀਂ ਦੇਖੋ ਜਿਹੜੇ ਉਹਨਾਂ ਦੀ ਬਕਾਇਦਾ ਪਰੇਡ ਹੁੰਦੀ ਹੈ ਜਦੋਂ ਆਪਾਂ ਇੱਥੇ ਸਰੀ ਦੇ ਵਿੱਚ ਨਗਰ ਕੀਰਤਨ ਹੁੰਦਾ ਉਹਦੇ ਵਿੱਚ ਉੱਥੋਂ ਦੀ ਕੈਨੇਡਾ ਦੀ ਜਿਹੜੀ ਫੌਜ ਹੈ ਉਹ ਬਕਾਇਦਾ ਆਪਣੇ ਟੈਂਕ ਲੈ ਕੇ ਔਰ ਤੋਪਾਂ ਲੈ ਕੇ ਉਹਦੇ ਵਿੱਚ ਸ਼ਾਮਲ ਹੁੰਦੀ ਹੈ ਤੁਹਾਨੂੰ ਮੈਂ ਉਹਦੀ ਵੀਡੀਓ ਭੇਜ ਦਿਆਂਗਾ ਉਹਦੇ ਵਿੱਚ ਸਾਰੇ ਜਿਹੜੇ ਸਿੱਖ ਸਰਦਾਰ ਫੌਜੀ ਜਰਨੈਲ ਹੁੰਦੇ ਆ ਜੋ ਉਹਨਾਂ ਦੇ ਜਿੱਥੇ ਜਿਸ ਰੈਂਕ ਦੇ ਵਿੱਚ ਵੀ ਉਹ ਆਪਣੀ ਜੌਬ ਕਰ ਰਹੇ ਨੇ ਉਹ ਪੂਰੀ ਤਰ੍ਹਾਂ ਆਪਣੇ ਉਹਦੇ ਵਿੱਚ ਲੈਸ ਹੁੰਦੇ ਉਹਨਾਂ ਨੇ ਕਿਤੇ ਵੀ ਕੋਈ ਲੋਟ ਟੋਪ ਨਹੀਂ ਪਾਇਆ ਹੁੰਦਾ ਜਬਰੀ ਜਾ ਰਿਹਾ ਇਹ ਜਬਰ ਇੱਕ ਤਰ੍ਹਾਂ ਦਾ ਫੋਰਸਲੀ ਸਿੱਖਾਂ ਨੂੰ ਕੀਤਾ ਜਾ ਰਿਹਾ ਔਰ ਡਿਸਪਲਿਨ ਫੋਰਸ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਉਹ ਇਸ ਮਸਲੇ ਦੇ ਉੱਤੇ ਆਪਣੇ ਕਮੈਂਟ ਦੇਣ ਪੀਰ ਮਸਾ ਸਾਹਿਬ ਤੁਹਾਡੀ ਗੱਲ ਕੇਂਦਰ ਸਰਕਾਰ ਸੁਣੂਗੀ ਸਰ ਸਿੱਧਾ ਸਵਾਲ ਹੈ ਸਰ ਪੀਰ ਮਸਾ ਮੈਂ ਡਿਬੇਟ ਸਮਾਪਤ ਕਰਨੀ ਹੈ ਦੇਖੋ ਜੇ ਤਾਂ ਪਿਆਰ ਨਾਲ ਨਹੀਂ ਮੈਨੂੰ ਇਸ ਗੱਲ ਦਾ ਜਵਾਬ ਦੇਣਾ ਹੈ ਕਿ ਮੈਂ ਆ ਰਿਹਾ ਕਰਨਾ ਸਾਹਿਬ ਆ ਰਿਹਾ ਜੀ ਨੇ ਕਿਹਾ ਕਰਨਾ ਸਾਹਿਬ ਆ ਰਿਹਾ ਗੱਲ ਸੁਣੋ ਸਾਡੇ ਕੋਲ 2 ਰਸਤੇ ਹੁੰਦੇ ਆ ਇੱਕ ਹੈਗਾ ਟੇਬਲ ਟਾਕ ਉਹਦੇ ਤੇ ਅਸੀਂ ਕਦੇ ਭੱਜੇ ਨਹੀਂ ਗਏ ਉਸ ਤੋਂ ਬਾਅਦ ਹੁੰਦਾ ਸੰਘਰਸ਼ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਇਹਦੇ ਤੇ ਸੰਘਰਸ਼ ਲੜਾਂਗੇ ਇਹ ਧੱਕੇ ਦੇ ਨਾਲ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਕਿਸੇ ਵੀ ਸਿੱਖ ਨੂੰ ਮਨਜ਼ੂਰ ਨਹੀਂ ਹੈਗੀ ਠੀਕ ਹੈ ਕਰਨਲ ਸਾਹਿਬ ਦੀ ਆਪਣੀ ਮਜਬੂਰੀ ਉਹ ਬੀਜੇਪੀ ਵੱਲੋਂ ਉਹਨਾਂ ਨੇ ਇਸ ਤਰ੍ਹਾਂ ਦੇ ਕਮੈਂਟ ਦੇਣੇ ਹੀ ਹੈਗੇ ਆ ਪਰ ਅੰਦਰ ਉਹਨਾਂ ਦਾ ਵੀ ਇਹ ਗੱਲ ਕਹਿੰਦਾ ਹੋਵੇਗਾ ਕਿ ਇਹ ਜਿਹੜਾ ਸਾਡੇ ਚਲੋ ਮੈਂ ਸਵਾਲ ਕਰ ਲੈਣਾ ਕਰਨਲ ਸਾਹਿਬ ਤੁਹਾਡਾ ਦਿਲ ਮੰਨਦਾ ਪਿਆ ਕਿ ਜੋ ਪੀਰ ਉਮਰ ਸਾਹਿਬ ਕਹਿ ਰਹੇ ਆ ਜਾਂ ਐਸਜੀਪੀਸੀ ਕਹਿ ਰਹੀ ਆ ਜਾਂ ਜੋ ਜਹਦਰ ਸਾਹਿਬ ਕਹਿ ਰਹੇ ਉਹ ਸਹੀ ਕਹਿ ਰਹੇ ਆ ਪਹਿਲੀ ਗੱਲ ਤੇ ਮੈਂ ਪੀਰ ਮੁਹੰਮਦ ਸਾਹਿਬ ਦੀ ਜਿਹੜੀ ਗੱਲ ਹੈ ਬਾਹਰ ਦੇ ਉਹ ਕਲੀਅਰ ਕਰ ਦਵਾਂ ਦੇਖੋ ਇੱਕ ਬਹੁਤ ਦੇਰ ਦੇ ਵਾਸਤੇ ਜਿਹੜੇ ਬਾਹਰ ਦੇ ਮੁਲਕ ਨੇ ਉਹ ਮੰਨਦੇ ਹੀ ਨਹੀਂ ਸੀਗੇ ਸਿੱਖਾਂ ਨੂੰ ਲੈਣ ਵਾਸਤੇ ਕਹਿੰਦੇ ਸੀ ਅਗਰ ਤੁਸੀਂ ਸਾਡੀ ਆਰਮੀ ਚ ਆਣਾ ਹੈ ਤੇ ਤੁਸੀਂ ਕਰਨਲ ਸਾਹਿਬ ਸਵਾਲ ਹੋ ਗਿਆ ਕਿਰਪਾ ਕਰਕੇ ਕਰਨਲ ਸਾਹਿਬ ਮੈਂ ਸਮਾਪਤ ਕਰਨਾ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਜਿਹੜਾ ਪੀਰ ਮੁਹੰਮਦ ਸਾਹਿਬ ਨੇ ਪੁੱਛਿਆ ਤੁਹਾਡਾ ਦਿਲ ਮੰਨਦਾ
ਕਿ ਜੋ ਇਹ ਕਹਿ ਰਹੇ ਬਿਲਕੁਲ ਐਸਜੀਪੀਸੀ ਸਰ, ਜਦਰ ਕਹਿ ਰਹੇ ਮੇਰਾ ਦਿਲ 100% ਮੰਨਦਾ ਹੈ ਜੋ ਅੱਜ ਕੱਲ ਦੀ ਬੈਟਲਫੀਲਡ ਦੀ ਰਿਕੁਆਇਰਮੈਂਟ ਹੈ, ਜਿਸ ਤਰੀਕੇ ਨਾਲ ਅਸੀਂ ਆਪਣੇ ਸੋਲਜਰ ਨੂੰ ਸੇਫ ਰੱਖ ਸਕਦੇ ਹਾਂ, ਉਹ ਸਭ ਕੁਝ ਸਾਨੂੰ ਕਰਨਾ ਪਏਗਾ। ਚਲੋ, ਠੀਕ, ਸਾਡੇ ਠੀਕ। ਵਾਸਤੇ ਉਹਦੀ ਜਾਨ ਮਾਨ ਜਿਹੜੀ ਹੈ ਉਹ ਠੀਕ। ਬਹੁਤ ਜ਼ਰੂਰੀ ਹੈ ਠੀਕ ਤੇ ਹੈ। ਜਿਸ ਤਰੀਕੇ ਦੇ ਨਾਲ ਅਸੀਂ ਲੜਨਾ ਚਾਹੁੰਦੇ ਹਾਂ ਉਸੇ ਤਰੀਕੇ ਨਾਲ ਲੜਾਂਗੇ। ਕਰਨਲ ਸਾਹਿਬ, ਮੈਂ ਮੰਨ ਕੇ ਚੱਲਾਂ ਕਿ ਇਸ ਪੂਰੀ ਬੈਠਕ ਦੇ ਵਿੱਚ ਐਸਜੀਪੀਸੀ ਇੱਕ ਪਾਸੇ ਸੀ, ਬਾਕੀ ਸਾਰਾ ਪੈਨਲ ਇੱਕ ਪਾਸੇ ਸੀ, ਇਹ ਮੰਨ ਕੇ ਚੱਲਾਂ ਕਰਨਲ ਸਾਹਿਬ? ਜਿੰਨੇ ਫੌਜੀ ਸੀਗੇ ਉਹ ਸਾਰੇ ਇਹ ਕਹਿ ਰਹੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਦੇ ਲੜਾਈ ਲੜਨੀ ਹੈ ਉਸੇ ਤਰੀਕੇ ਨਾਲ ਚਲੋ, ਲੜਨੀ ਚਾਹੀਦੀ ਹੈ ਠੀਕ ਹੈ ਕਰਨਲ ਸਾਹਿਬ। ਰਿਲੀਜਨ ਦੇ ਨਾਲ ਠੀਕ ਫੌਜ ਨੂੰ ਨਹੀਂ ਮਿਲਾਉਣਾ ਚਾਹੀਦਾ। ਬ੍ਰਿਗੇਡੀਅਰ ਕਾਲੋ, Everybody said that। ਠੀਕ ਹੈ ਬ੍ਰਿਗੇਡੀਅਰ ਕਾਲੋ, ਆਖਰੀ ਸਵਾਲ, ਐਸਜੀਪੀਸੀ ਇੱਕ ਪਾਸੇ ਖੜੀ ਸੀ, ਬਾਕੀ ਸਾਰੇ ਇੱਕ ਪਾਸੇ ਖੜੇ ਸੀਗੇ। ਦੇਖੋ ਇਹ ਗੱਲ ਜਿਹੜੀ ਹੈ ਨਾ, ਇਹ ਉੱਥੇ ਸਾਨੂੰ ਨਹੀਂ ਪਤਾ ਕੀ ਗੱਲਬਾਤ ਹੋਈ ਹੈ, ਕਿਸ ਤਰ੍ਹਾਂ ਉੱਥੇ ਖੜੇ ਸੀ, ਕਿਹੜੇ ਗਿਣੇ ਚੁਣੇ ਜਿਹੜੇ ਕਿ ਉਸੇ ਭਾਸ਼ਾ ਨਾਲ ਚੱਲਦੇ ਹੋਣ ਉਹ ਹੋਣਗੇ। ਇੰਡੀਪੈਂਡੈਂਟ ਐਨਾਲਿਸਿਸ ਤੇ ਹੋਣਾ ਚਾਹੀਦਾ ਹੈ, ਜਿਹਦਾ ਕੋਈ ਕਿਸੇ ਪਾਰਟੀ ਨਾਲ ਲਗਾਓ ਨਾ ਹੋਏ, ਕੁਛ ਨਾ ਹੋਏ, ਔਰ ਆਪਣੀ ਪਾਰਟੀ ਦੀ ਭਾਸ਼ਾ ਨਾ ਬੋਲੇ। ਮੈਂ ਇੱਥੇ ਗੱਲ ਕਰਨਾ ਚਾਹੁੰਦਾ ਨਾਲੇ ਕਿ ਵਿਦੇਸ਼ਾਂ ਦੇ ਵਿੱਚ ਜੇਕਰ ਹੁਣ ਉਹਨਾਂ ਨੇ ਸਿੱਖ ਪਲਟਨਾਂ ਖੜੀਆਂ ਕੁਝ ਕੀਤੀਆਂ ਨੇ, ਉਹਦਾ ਸੰਵਿਧਾਨ, ਉਹਦਾ ਜਿਹੜਾ ਕਾਨੂੰਨ ਹੈ, ਉਹਦੇ ਵਿੱਚ ਇਹ ਲਾਗੂ ਕਰ ਦਿੱਤਾ ਗਿਆ ਕਿ ਪਗੜੀਧਾਰੀ ਹੋਣਗੇ, ਤੇ ਫਿਰ ਕਿੱਥੇ ਆਇਆ ਗੱਲ ਲੋਟ ਟੋਪ ਦੀ ਗੱਲ, ਕਿੱਥੇ ਆਏ? ਪਹਿਲੀ ਗੱਲ। ਦੂਜੀ ਗੱਲ, ਹੁਣ ਕਿਹੜਾ ਜਿਹੜੀ ਮੀਟਿੰਗਾਂ ਹੋਈਆਂ ਨੇ ਸਾਨੂੰ ਨਹੀਂ ਪਤਾ ਕੌਣ ਕਿਹਦੇ ਵਿੱਚ ਬੋਲਿਆ, ਪਰ ਉਹ ਸਾਬਕਾ ਫੌਜੀਆਂ ਦੀ ਗੱਲ ਨਹੀਂ, ਗੱਲ ਤਾਂ ਕੀਤੀ ਹੈ ਕਿ ਜਿਹੜੇ ਹੁਣ ਇਸ ਵੇਲੇ ਫੌਜੀ ਜਿਹੜੇ ਹਾਜ਼ਰ ਨੇ ਕੀ ਤਕਲੀਫਾਂ ਹੋਈਆਂ ਉਹਨਾਂ ਨੂੰ। ਲੋੜ ਤੇ ਹੈਗੀ ਤੇਜ ਦੀ ਸੁਰੱਖਿਆ, ਜਿਹੜਾ ਰਜੌਰੀ 'ਚ ਹੋਇਆ, ਮੇਰੀ ਇੱਕ ਗੱਲ ਸੁਣ ਲਓ, ਜਿਹੜਾ ਰਜੌਰੀ ਸਿਕਿਉਰਿਟੀ ਸੇਫਟੀ ਤੇ ਉਹ ਜ਼ਰੂਰਤ ਹੈ, ਜਿਹੜੇ ਆ ਕੇ ਉਹਦੇ ਹਿੰਦੂਆਂ ਨੂੰ ਮਾਰ ਕੇ ਉਹਨਾਂ ਨੂੰ ਦੇਖੋ, ਉਹਨਾਂ ਨੂੰ ਕੋਈ ਪੁੱਛਦਾ ਉੱਥੇ ਤੇ ਲੋੜ ਤੇ ਉਹਦੀ ਹੈਗੀ ਹੈ। ਇਹਨਾਂ ਨੂੰ ਚੰਗੇ ਹਥਿਆਰ ਦਿੱਤੇ ਜਾਣ, ਗੋਲਾ ਬਲੂ ਦਿੱਤਾ ਜਾਏ। ਬਹੁਤ ਬਹੁਤ ਧੰਨਵਾਦ ਬ੍ਰਿਗੇਡੀਅਰ ਕਾਲੋ। ਮੈਨੂੰ ਚਾਹੀਦਾ ਸੀਗਾ ਕਿ ਰੱਖਿਆ ਬਜਟ ਤੇ ਡਿਬੇਟ ਹੁੰਦੀ, ਪਰ ਜਿਹੜੀ ਡਿਬੇਟ ਹੋ ਰਹੀ ਹੈ ਲੋ ਟੋਪ ਤੇ ਹੋ ਰਹੀ ਹੈ ਵਾਰ-ਵਾਰ। ਕਰਨਲ ਜਾਬਰ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ, ਕਰਨਲ ਸਪੀਰਮਾ ਤੁਹਾਡਾ ਬਹੁਤ ਧੰਨਵਾਦ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋ ਤੁਹਾਡਾ ਵੀ ਬਹੁਤ ਧੰਨਵਾਦ। ਤੁਸੀਂ ਸਾਰਿਆਂ ਦੇ ਵਿਚਾਰ ਸੁਣੇ ਆ ਤੇ ਇਹਨਾਂ ਵਿਚਾਰਾਂ ਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ, ਕਿੰਨੇ ਅਸਹਿਮਤ ਹੋ, ਇਹ ਫੈਸਲਾ ਤੁਸੀਂ ਕਰਨਾ ਹੈ। ਪਰ ਲੋ ਟੋਪ ਵਾਲਾ ਮੁੱਦਾ ਅੱਜ ਦੀ ਤਰੀਕ ਵਿੱਚ ਹੱਲ ਨਹੀਂ ਹੋ ਰਿਹਾ। ਅੱਗੇ ਕੀ ਹੋਵੇਗਾ ਮੈਨੂੰ ਨਹੀਂ ਪਤਾਗਾ, ਜਦੋਂ ਕੁਝ ਹੋਵੇਗਾ ਤੁਹਾਡੇ ਸਾਹਮਣੇ ਡਿਬੇਟ ਲੈ ਕੇ ਆ ਜਾਊਂਗਾ। ਬਹੁਤ ਧੰਨਵਾਦ।